ਸਤਿ ਸ਼੍ਰੀ ਅਕਾਲ ਦੋਸਤੋ, मैं ਤੁਹਾਡਾ ਆਪਣਾ ਦੋਸਤ ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਕੁਝ ਗੱਲਬਾਤ ਕਰਾਂਗੇ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਤੁਹਾਨੂੰ ਅਲੱਗ-ਅਲੱਗ ਟੌਪਿਕਸ ਦੇ ਉੱਤੇ ਗੱਲਬਾਤ ਕਰਦੇ ਹਾਂ, ਖਾਸ ਕਰਕੇ ਐਡਮਿੰਟਨ ਜਾਂ ਸਰਾਊਂਡਿੰਗ ਏਰੀਆ ਦੇ ਵਿੱਚ ਜਿੰਨੇ ਵੀ ਸਾਡੇ ਨਾਲ ਅੱਜ ਕੱਲ੍ਹ ਆਪਾਂ ਗੱਲ ਕਰਦੇ ਹਾਂ ਵੋਟਸ ਨੂੰ ਲੈ ਕੇ, ਹੈ ਨਾ, ਆਪਣੀ ਜਿਹੜੀ ਹੈਗੀ ਹੈ, ਚਾਹੇ ਐਜ਼ ਏ ਕਾਉਂਸਲਰ ਕੋਈ, ਹੈ ਨਾ, ਫਾਈਟ ਕਰ ਰਿਹਾ, ਕਾਉਂਸਲਰ ਦੀ ਵੋਟਾਂ ਦੇ ਲਈ ਫਾਈਟ ਕਰ ਰਿਹਾ, ਸੀਟ ਦੇ ਲਈ ਫਾਈਟ ਕਰ ਰਿਹਾ ਜਾਂ ਫਿਰ ਮੇਅਰ ਦੇ ਲਈ ਫਾਈਟ ਕਰ ਰਿਹਾ, ਤਾਂ ਅਸੀਂ ਉਹਨਾਂ ਕੈਂਡੀਡੇਟਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਇਨਵਾਈਟ ਕਰਕੇ ਤੁਹਾਡੇ ਨਾਲ ਉਹਨਾਂ ਦਾ ਆਪਣਾ ਐਕਸਪੀਰੀਅੰਸ, ਉਹਨਾਂ ਦੇ ਆਪਣੇ ਮੁੱਦੇ, ਉਹਨਾਂ ਦੀ ਆਪਣਾ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਗਰ ਆਪਾਂ ਵਾਰਡ ਨੰਬਰ 12 ਦੀ ਗੱਲ ਕਰੀਏ ਤਾਂ ਸਮੂਹ ਪਿਟਾਪੀ ਜੀ ਦਾ ਕਿ ਨਾਮ ਹੁਣ ਚੇਂਜ ਕਰਕੇ ਉਹਦਾ ਸਮੂਹ ਪਿਟਾਪੀ ਦੇ ਨਾਂ ਤੇ ਰੱਖਿਆ ਗਿਆ ਹੈਗਾ, ਤਾਂ ਉਸ ਵਾਰਡ ਨੰਬਰ 12 ਤੋਂ ਸਾਡੇ ਨਾਲ ਜੇਕਰ ਆਪਾਂ ਦੇਖੀਏ ਕਿ ਅੱਜ ਉੱਥੇ ਐਜ਼ ਏ ਜਿਹੜੀ ਹੈਗੀ ਕਾਉਂਸਲਰ ਦੀ ਸੀਟ ਦੇ ਲਈ ਉੱਥੇ ਉਹਦੇ ਲਈ ਫਾਈਟ ਕਰ ਰਹੇ ਨੇ, 4 ਕੈਂਡੀਡੇਟ ਫਾਈਟ ਕਰ ਰਹੇ ਨੇ। ਇੱਕ ਹੈਗੇ ਨੇ ਸੰਜੇ ਮਲਹੋਤਰਾ ਜੀ, ਉਹਦੇ ਨਾਲ ਨੇ ਮੋਹ ਬੰਗਾ ਜੀ ਜਿਹੜੇ ਕਿ ਪ੍ਰੈਜ਼ੈਂਟ ਕਾਉਂਸਲਰ ਨੇ, ਉਸ ਤੋਂ ਇਲਾਵਾ ਹਰਮਨ ਕੰਡੋਲਾ ਜੀ ਨੇ, ਉਸ ਤੋਂ ਇਲਾਵਾ ਰਸ਼ਪਾਲ ਜੀ ਨੇ। ਇਹਨਾਂ ਦੇ ਵਿੱਚੋਂ ਅੱਜ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਇਨਵਾਈਟ ਕੀਤਾ ਹੈਗਾ, ਸਾਡੇ ਨਾਲ ਨੇ ਸੰਜੇ ਮਲਹੋਤਰਾ ਜੀ ਜਿਹੜੇ ਕਿ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ। ਤਾਂ ਸੰਜੇ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਇੱਥੇ ਬੁਲਾਉਣ ਵਾਸਤੇ ਤੇ ਸਾਰੇ ਤੁਹਾਡੇ ਵਿਊਅਰਸ ਨੂੰ ਮੇਰੀ ਤਰਫੋਂ ਜੈ ਸ਼੍ਰੀ ਕ੍ਰਿਸ਼ਨਾ, ਸਤਿ ਸ਼੍ਰੀ ਅਕਾਲ ਤੇ ਸਲਾਮ ਜੀ। ਤਾਂ ਦੋਸਤੋ, ਸਾਡੇ ਇਸ ਪਲੇਟਫਾਰਮ ਦਾ ਮਕਸਦ ਇਹੀ ਹੈ ਕਿ ਸਾਡੇ ਨਾਲ ਜਿੰਨੇ ਵੀ ਇੱਥੇ ਕੋਈ ਕੈਂਡੀਡੇਟ ਜਾਂ ਕੋਈ ਵੀ ਆਪਣੀ ਜਿਹੜੀ ਹੈਗੀ ਆ ਆਵਾਜ਼ ਸਾਡੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦਾ, ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਇਨਵਾਈਟ ਕਰਦੇ ਹਾਂ, ਉਹ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਾਡੇ ਇਹਨਾਂ ਪ੍ਰੋਗਰਾਮਾਂ ਦਾ ਕਦੇ ਵੀ ਮਕਸਦ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਗਲਤ ਜਾਂ ਸਹੀ ਠਹਿਰਾਈਏ। ਸਾਡਾ ਇਹੀ ਮਕਸਦ ਹੁੰਦਾ ਕਿ ਹਰ ਇੱਕ ਬੰਦਾ ਆਪਣੀ ਜਿਹੜੀ ਹੈਗੀ ਆਵਾਜ਼ ਸਾਡੇ ਵਿਊਅਰਸ ਤੱਕ, ਸਾਡੇ ਫੋਲੋਅਰਸ ਤੱਕ ਪਹੁੰਚਾ ਸਕੇ, ਆਪਣੀਆਂ ਗੱਲਾਂ ਪਹੁੰਚਾ ਸਕਣ। ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਿਉਂਕਿ ਇਹ ਕਾਉਂਸਲਰ ਦੀ ਜਿਹੜੀ ਹੈਗੀ ਹੈ ਸੀਟ ਦੇ ਲਈ ਫਾਈਟ ਕਰ ਰਹੇ ਨੇ, ਤਾਂ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ। ਇਹਨਾਂ ਦੇ ਅਲੱਗ-ਅਲੱਗ ਪਲੇਟਫਾਰਮ ਦੇ ਰਾਹੀਂ ਇਹਨਾਂ ਦੇ ਨਾਲ ਜੁੜ ਸਕਦੇ ਹੋ, ਇਹਨਾਂ ਦੀ ਜਿਹੜੀ ਇਹਨਾਂ ਦੇ ਮੈਂਬਰਸ ਦੇ ਨਾਲ ਜੁੜ ਸਕਦੇ ਹੋ। ਤੁਸੀਂ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਰਾਹੀਂ ਵੀ ਪੁੱਛ ਸਕਦੇ ਹੋ। ਤਾਂ ਸੰਜੇ ਜੀ ਬਾਰੇ ਮੈਂ ਥੋੜਾ ਜਿਹਾ ਦੱਸ ਦੇਣਾ ਚਾਹੁੰਦਾ ਕਿ ਇਹ ਕਾਮਰਸ ਗ੍ਰੈਜੂਏਟ ਨੇ ਦੋਸਤੋ। ਇਹਨਾਂ ਦੇ ਬੈਕਗ੍ਰਾਉਂਡ ਦੇ ਵਿੱਚ ਜਿਹੜਾ ਹੈਗਾ ਇੱਕ ਬਿਜ਼ਨਸਮੈਨ ਰਹਿ ਚੁੱਕੇ ਨੇ। ਅੱਜ ਦੀ ਗੱਲ ਕਰੀਏ ਤਾਂ ਇਹ ਇੱਕ ਕੈਨੇਡੀਅਨ ਪੋਸਟ ਦੇ ਵਿੱਚ ਯੂਨੀਅਨ ਦੇ ਵਿੱਚ ਕੰਮ ਕਰਦੇ ਨੇ ਤੇ ਇੱਕ ਕੈਨੇਡੀਅਨ ਪੋਸਟ ਯੂਨੀਅਨ ਲੀਡਰ ਵੀ ਰਹਿ ਚੁੱਕੇ ਨੇ। ਤਾਂ ਥੋੜਾ ਜਿਹਾ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਹੁੰਦੀ ਹੈ ਕਿ ਇੱਕ ਪੋਲਿਟਿਕਸ ਦੀ ਗੱਲ ਕਰੀਏ, ਇੱਕ ਲੀਡਰਸ਼ਿਪ ਦੀ ਗੱਲ ਕਰੀਏ, ਇਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੇ ਵਿੱਚ ਇਹਨਾਂ ਦਾ ਐਕਸਪੀਰੀਅੰਸ ਹੋ ਚੁੱਕਿਆ ਤੇ ਇੱਕ ਸੋਸ਼ਲ ਵਰਕਰ ਵੀ ਨੇ। ਤਾਂ ਸੰਜੇ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਜਿਹੜਾ ਇੱਕ ਜਿੱਦਾਂ ਤੁਸੀਂ ਇੱਕ ਕੈਨੇਡੀਅਨ ਪੋਸਟ ਯੂਨੀਅਨ ਦੇ ਵਿੱਚ ਵੀ ਲੀਡਰ ਰਹਿ ਚੁੱਕੇ ਹੋ, ਹਨਾ, ਸੋਸ਼ਲ ਹੈਗੇ ਹੋ, ਹੁਣ ਵੀ ਹੈਗੇ ਹੋ ਤੁਸੀਂ, ਰਾਈਟ। ਬਹੁਤ ਵਧੀਆ ਗੱਲ ਹੈਗੀ ਕਿਉਂਕਿ ਇੱਕ ਹਰ ਇੱਕ ਦੇ ਵਿੱਚ ਨਾ ਜਿਸ ਫੀਲਡ ਦੇ ਵਿੱਚ ਕਿਸੇ ਨੇ ਜਾਣਾ ਹੁੰਦਾ ਨਾ, ਤਾਂ ਇੱਕ ਤਾਂ ਉਹਨਾਂ ਦਾ ਇੰਟਰਸਟ ਹੁੰਦਾ, ਇੱਕ ਉਹਦੇ ਵਿੱਚ ਖੂਬੀ ਵੀ ਹੁੰਦੀ ਆ ਉਹਨਾਂ ਦੀ ਵੀ ਹਾਂ ਵੀ ਉਹ ਉਸ ਚੀਜ਼ ਨੂੰ ਵਧੀਆ ਤੌਰ ਤੇ ਨਿਭਾਉਂਦੇ ਨੇ। ਤਾਂ ਤੁਸੀਂ ਇਸ ਜਿਵੇਂ ਇੱਕ ਤੁਸੀਂ ਲੀਡਰਸ਼ਿਪ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਹੈ ਨਾ, ਅਗਰ ਕਾਉਂਸਲਰ ਦੀ ਵੀ ਗੱਲ ਕਰੀਏ, ਉਹ ਵੀ ਇੱਕ ਲੀਡਰਸ਼ਿਪ ਹੀ ਹੁੰਦੀ ਆ ਵੀ ਤੁਸੀਂ ਅਗਰ ਇੱਕ ਕਾਉਂਸਲਰ ਦੇ ਲਈ ਫਾਈਟ ਕਰ ਰਹੇ ਹੋ, ਤਾਂ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇਸ ਲੀਡਰਸ਼ਿਪ ਦੇ ਲਈ ਜਾਂ ਇਸ ਫੀਲਡ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੇ ਬਾਰੇ ਸੋਚਿਆ ਕਿਦਾਂ, ਤੁਹਾਡੇ ਮਨ ਦੇ ਵਿੱਚ ਕਿਦਾਂ ਆਇਆ? ਕਿਉਂਕਿ ਤੁਸੀਂ ਇੱਕ ਬਿਜ਼ਨਸਮੈਨ ਰਹਿ ਚੁੱਕੇ ਹੋ, ਫਿਰ ਇੱਕ ਜੌਬ ਵੀ ਕਰ ਰਹੇ ਹੋ, ਹੈ ਨਾ ਤੁਸੀਂ, ਤਾਂ ਇਹ ਚੀਜ਼ ਕਿੱਦਾਂ ਆਉਂਦੀ ਹੈ ਵੀ ਮੈਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ? ਕਿੱਦਾਂ ਇੱਕ ਸੋਚ ਪਈ ਤੁਹਾਡੀ? ਹਾਂ, ਬੜਾ ਅੱਛਾ ਕੁਐਸਚਨ ਤੁਹਾਡਾ ਹੈ। ਮੈਂ ਥੋੜਾ ਜਿਹਾ ਤੁਹਾਨੂੰ ਆਪਣਾ ਬੈਕਗ੍ਰਾਉਂਡ ਦੱਸਾਂਗਾ ਪਹਿਲੇ, ਉਹਦੇ ਨਾਲ ਤੁਹਾਨੂੰ ਵੀ ਪਤਾ ਚੱਲ ਜਾਏਗਾ ਕਿ ਮੈਂ ਹੁਣ ਕਿਉਂ ਆਇਆ ਜੀ। ਹੋਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਆਇਆ ਨਹੀਂ, ਮੈਨੂੰ ਲਿਆਇਆ ਗਿਆ ਹੈ। ਓਕੇ। ਮੇਰੇ ਆਸ ਪੜੋਸ, ਮੇਰੇ ਮੱਲੇ ਨੇ, ਸਾਰਿਆਂ ਨੇ ਦੇਖਿਆ ਮੇਰਾ ਕੰਮ ਤੇ ਉਹਨਾਂ ਨੇ ਕਿਹਾ ਨਹੀਂ, ਯੂ ਸ਼ੁੱਡ ਬੀ ਹੇਅਰ, ਰਾਈਟ। ਮੈਂ ਬਚਪਨ ਤੋਂ ਹੀ ਮੈਂ ਦਿੱਲੀ ਚ ਜੰਮਾ ਪਲਿਆ ਜੀ। ਮੇਰੀ ਸ਼ੁਰੂਆਤ ਗੁਰੂ ਘਰ ਤੋਂ ਹੀ, ਗੁਰੂ ਮਹਾਰਾਜ ਦੀ ਮੇਰੇ ਤੇ ਕਿਰਪਾ ਰਹੀ ਹੈ ਜੀ। ਉਹ ਇੱਕ ਲੰਗਰ ਦਾ ਇੱਕ ਪ੍ਰੋ ਹੈਗਾ ਸੀ, ਲੰਗਰ ਚੱਖਣ ਗਏ ਸੀ ਤੇ ਉੱਥੇ ਸਾਡਾ, ਕਿਉਂਕਿ ਸਾਡਾ ਏਰੀਆ ਜਿੱਥੇ ਅਸੀਂ ਰਹਿੰਦੇ ਆ ਉੱਥੇ ਮੰਦਿਰ, ਗੁਰਦੁਆਰਾ, ਆਰਿਆ ਸਮਾਜ, ਮੰਦਰ ਸਾਰੇ ਇਕੱਠੇ ਨੇ, ਰਾਈਟ। ਤੇ ਸ਼ਾਮੀ ਕੀ ਹੁੰਦਾ, ਜਿਹੜਾ ਵੀ ਲੰਗਰ ਵੱਜ ਜਾਂਦਾ ਹੈ ਤੇ ਤੁਹਾਨੂੰ ਪਤਾ ਸਾਡੇ ਸਾਰੇ ਇਲਾਕਿਆਂ ਦੇ ਵਿੱਚ ਦਿੱਲੀ ਦੇ ਵਿੱਚ ਉਹਦੇ ਨਾਲ ਨਾ ਥੋੜੀ ਦੂਰੀ ਤੇ ਇੱਕ ਝੁੱਗੀ ਝੋਪੜੀ ਨੂੰ ਸਲਮ ਏਰੀਆ ਕਹਿੰਦੇ ਨੇ, ਰਾਈਟ, ਉਹ ਨਾਲ ਜੁੜੇ ਹੋਏ ਨੇ ਉੱਥੇ। ਬਿਲਕੁਲ ਜੀ। ਤੇ ਉਹ ਕੀ ਹੋਇਆ ਕਿ ਸਾਡਾ ਮੇਰਾ ਇੱਕ ਦੋਸਤ ਸੀ, ਉਹਦਾ ਨਾਮ ਸੀ, ਉਹਦਾ ਵੀ ਨਾਮ ਵਾਲੀਆ ਹੀ ਸੀ, ਉਹ ਗੁਰਦੀਪ ਵਾਲੀਆ। ਮੈਂ ਅਸੀਂ ਦੋਨੋਂ ਹੋ ਗਏ ਸੀ ਤੇ ਲੰਗਰ ਛਕਿਆ ਤੇ ਸਾਡੇ ਉੱਥੇ ਦੇ ਜਿਹੜੇ ਅੰਕਲ ਹੀ ਕਹਿੰਦੇ ਸੀ ਉੱਥੇ, ਉਹਨਾਂ ਨੇ ਕਿਹਾ ਵੀ ਐਸਾ ਹੈ 3-4 ਦਿਨ ਦੀ ਤੁਹਾਡੀ ਜ਼ਿੰਮੇਵਾਰੀ ਹੈ ਝੁੱਗੀ। ਉਹ ਕੀ ਹੁੰਦਾ, ਜਿਹੜਾ ਲੰਗਰ ਵੱਜ ਜਾਂਦਾ ਨਾ ਸ਼ਾਮੀ ਜੀ, ਉਹ ਸਾਰਾ ਅਸੀਂ ਉੱਥੇ ਝੁੱਗੀ ਝੋਂਪੜੀਆਂ 'ਚ ਉੱਥੇ ਵੰਡਦੇ ਸੀ। ਓਕੇ। ਉਹਨੂੰ ਗੁਰੂ ਮਹਾਰਾਜ ਦੀ ਕੀ ਕਿਰਪਾ ਸੀ ਮੈਨੂੰ ਨਹੀਂ ਪਤਾ ਜੀ, ਮੇਰੇ ਉੱਤੇ ਹਮੇਸ਼ਾ ਬਾਂਕੇ ਬਿਹਾਰੀ ਦੀ ਤੇ ਗੁਰੂ ਮਹਾਰਾਜ ਦੀ ਕਿਰਪਾ ਹੀ ਰਹੀ ਹੈ, ਜਿਨ੍ਹਾਂ ਨੇ ਮੈਨੂੰ ਰਸਤਾ ਦਿੱਤਾ। ਉਹਨਾਂ ਨੇ ਸਾਨੂੰ ਕਿਹਾ ਕਿ 3-4 ਦਿਨ ਵਾਸਤੇ ਤੁਸੀਂ ਦੋਨੋਂ ਦੀ ਡਿਊਟੀ ਲੱਗੇਗੀ, ਤੁਸੀਂ ਝੁੱਗੀ ਝੋਂਪੜੀਆਂ 'ਚ ਜਾ ਕੇ ਲੰਗਰ ਵੰਡਣਾ ਜੀ।
ਬਸ ਜੀ ਉਹ ਜਿਹੜਾ ਐਂਟਰੀ ਹੋਈ ਉੱਥੇ, ਉਹ ਐਸਾ ਮੇਰਾ ਰਸਤਾ ਖੋਲਿਆ ਗੁਰੂ ਮਹਾਰਾਜ ਨੇ। ਮੈਂ ਉਹ ਗਰੀਬਾਂ ਦੇ ਨਾਲ ਉਹ ਝੁੱਗੀ ਝੋਂਪੜੀਆਂ 'ਚ ਐਸਾ ਸਲਮ ਵਿੱਚ ਵੜਿਆ ਕਿ ਦੇਖਿਆ ਉੱਥੇ ਦਾ ਜੋ ਹਾਲਾਤ ਨੇ ਜੀ। ਔਰ ਮਜ਼ੇ ਦੀ ਗੱਲ ਕੀ ਸੀ ਭਾਜੀ, ਪੌਸ਼ ਕਾਲੋਨੀਆਂ ਤੋਂ 5 ਜਾਂ 10-15 ਮਿੰਟ ਦਾ ਰਸਤਾ ਚੱਲਣ ਦਾ, ਐਂਡ ਵੀ ਨੈਵਰ ਥਿੰਕ ਆਫ ਦੈਟ। ਸਾਨੂੰ ਪਤਾ ਹੀ ਨਹੀਂ, ਅਸੀਂ ਆਪਣੀ ਚੀਜ਼ਾਂ 'ਚ ਇੰਨੇ ਖੋਏ ਹੋਏ ਆ, ਸਾਨੂੰ ਇਹ ਨਹੀਂ ਪਤਾ ਕਿ ਥੋੜੀ ਦੂਰੀ ਤੇ ਗਰੀਬ ਲੋਕ ਨੇ ਜਿਹੜੇ ਇੱਕ ਰੋਟੀ ਨੂੰ ਮੁਹਤਾਜ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਬਸ ਉਹ ਗੁਰੂ ਮਹਾਰਾਜ ਦੀ ਕਿਰਪਾ ਰਹੀ, ਮੈਂ ਅੰਦਰ ਐਸਾ ਵੜਿਆ ਕਿ ਮੈਂ ਧੀਰੇ ਉਹਨਾਂ ਦੀ ਸੇਵਾ ਕਰਨ ਲੱਗ ਗਿਆ, ਉਹਨਾਂ ਵਿੱਚ ਜੁੜ ਗਿਆ। ਬੜਾ ਮੁਸ਼ਕਿਲ ਕੰਮ ਹੈ, ਇਹ ਲੱਗਦਾ ਹੈ ਕਿ ਇਟਸ ਮਤਲਬ ਕਿ ਇੱਕ ਕੋਈ ਟਾਈਮ ਹੁੰਦਾ ਵੀ ਜਦੋਂ ਅਸੀਂ ਆਪਣੀਆਂ ਪ੍ਰੋਬਲਮਸ ਤਾਂ ਹਰ ਇੱਕ ਬੰਦਾ ਦੇਖਦਾ, ਜਦੋਂ ਅਸੀਂ ਦੂਜੇ ਦੀ ਪ੍ਰੋਬਲਮਸ ਨੂੰ ਦੇਖ ਕੇ ਆਪਣੀ ਪ੍ਰੋਬਲਮ ਸਮਝਣ ਲੱਗ ਜਾਂਦੇ ਆ ਵੀ ਇਹ ਪ੍ਰੋਬਲਮ 'ਚ ਕਿਉਂ ਹੈਗਾ, ਵੀ ਇਹਨੂੰ ਸੋਲਵ ਕੀਤਾ ਜਾਏ, ਜਾਂ ਇਹ ਚੀਜ਼ਾਂ ਦਾ ਫਰਕ ਪੈਂਦਾ। आई 100% अग्री। दुनिया में इतना गम है, मेरा गम कितना कम है। जब देखा उत्थे के लोग, फिर कोशिश है रही कि उन्होंने मैं किवें ऊपर करा, मैं किवें उन्हें, क्योंकि गल्लां सारियां करते हैं कि जी गरीबी हटाओ, फलाना हटाओ। मेरी कोशिश है रही ਜਿਹੜੇ ਸਕੂਲ ਦੇ ਬੱਚੇ ਨੇ ਜਿਹਨਾਂ ਦੀ ਐਡਮਿਸ਼ਨਸ ਨਹੀਂ ਹੋ ਰਹੀਆਂ ਸੀ, ਮੈਂ ਉੱਥੇ ਜਾ ਕੇ ਧੀਰੇ ਧੀਰੇ ਐਸਾ ਇਨਵੋਲਵ ਹੋਇਆ ਉਹਨਾਂ ਦੀ ਐਡਮਿਸ਼ਨਾਂ ਜੀ, ਜਿਹਨੂੰ ਨੌਕਰੀ ਦੀ ਕੋਈ ਪ੍ਰੋਬਲਮ ਹੈ, ਕੋਸ਼ਿਸ਼ ਕੀਤੀ ਕਿ ਬਈ ਉਹਨਾਂ ਨੂੰ ਨੌਕਰੀਆਂ ਦੀ ਮਤਲਬ ਟਰਾਈ, ਮੈਂ ਉਹਨਾਂ ਦੀ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨੂੰ ਕੁਝ ਨਾ ਕੁਝ ਕਰ ਸਕਾਂ। ਫਿਰ ਕੈਨੇਡਾ ਦਾ ਤੁਹਾਡਾ ਕਿੱਦਾਂ ਸਬਬ ਬਣਿਆ, ਵੀ ਕੈਨੇਡਾ ਕਦੋਂ ਆਏ ਤੁਸੀਂ? ਕੈਨੇਡਾ ਮੈਨੂੰ ਆਲਮੋਸਟ 12 ਸਾਲ ਹੋ ਗਏ ਨੇ ਜੀ, ਔਰ ਮੈਂ 12 ਸਾਲ ਤੋਂ ਐਸੀ ਕਨਸਟੀਟੂਐਂਸੀ ਚ, ਐਸੀ ਐਡਮਿੰਟਨ ਜੀ ਹਾਂ, ਐਸੀ ਕਨਸਟੀਟੂਐਂਸੀ ਚ, ਐਸੀ ਜਗ੍ਹਾ ਤੇ ਹੀ ਹੈਗਾ ਜਿੱਥੇ ਮੈਂ ਹੁਣ ਰਹਿਣਾ ਵਾਂ, ਸੇਮ ਕਨਸਟੀਟੂਐਂਸੀ। ਕੈਨੇਡਾ ਦੇ ਵਿੱਚ ਆ ਕੇ ਤੁਸੀਂ ਇੱਥੇ ਦੇਖੋ, ਹਰ ਇੱਕ ਕੰਟਰੀ ਦਾ ਆਪਣਾ ਸਿਸਟਮ ਹੁੰਦਾ, ਆਪਣਾ ਲੀਗਲ ਸਿਸਟਮ ਹੁੰਦਾ, ਆਪਣਾ ਪੋਲਿਟਿਕਸ ਸਿਸਟਮ ਹੁੰਦਾ। ਬਿਲਕੁਲ। ਇੱਥੇ ਆ ਕੇ ਫਿਰ ਕੀ ਮਨ 'ਚ ਸੋਚਿਆ? ਕਿਉਂਕਿ ਉੱਥੇ ਚਲੋ ਤੁਸੀਂ ਸੋਚਿਆ ਵੀ ਮੈਂ ਗਰੀਬੀ ਹਟਾਊਂਗਾ, ਮੈਂ ਤੁਸੀਂ ਉੱਥੇ ਗਏ, ਉਹ ਡਿਫਰੈਂਟ ਚੀਜ਼ ਸੀਗੀ। ਇੱਥੇ ਤੁਸੀਂ ਦੇਖਦੇ ਆ ਵੀ ਇੱਥੇ ਚਲੋ ਉਹਨਾਂ ਚੀਜ਼ਾਂ ਨੂੰ ਲੈ ਕੇ ਇੱਥੇ ਗਵਰਨਮੈਂਟਸ ਵੱਲੋਂ ਬਹੁਤ ਚੀਜ਼ਾਂ ਹੁੰਦੀਆਂ ਨੇ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਬੜੀ ਦੂਰ ਹੈਗੇ ਆ, ਵੀ ਇੱਥੇ ਇਸ ਲੈਵਲ ਦਾ ਅਸੀਂ ਨਹੀਂ ਸੋਚ ਸਕਦੇ। ਇੱਥੇ ਤੁਹਾਨੂੰ ਕੀ ਲੱਗਿਆ ਵੀ ਹਾਂ ਵੀ ਮੈਂ ਇਹ ਚੀਜ਼ ਕਰਨਾ ਚਾਹਨਾ, ਜਾਂ ਮੈਂ ਇੱਥੇ, ਤੁਸੀਂ ਹੁਣ ਕਾਉਂਸਲਰ ਦੇ ਲਈ ਫਾਈਟ ਕਰ ਰਹੇ ਹੋ ਤੁਸੀਂ ਇੱਥੇ, ਠੀਕ ਹੈ ਜੀ, ਵੀ ਮੈਂ ਇੱਥੇ ਕਰਾਂਗਾ, ਕਿਉਂ ਇੱਥੇ ਪਹਿਲਾਂ ਤਾਂ ਮਨ ਦੇ ਵਿੱਚ ਕਿਉਂ ਆਇਆ ਵੀ ਮੈਂ ਇੱਥੇ ਵੀ ਮੈਂ ਇਹ ਚੀਜ਼ ਕਰਨਾ ਚਾਹੁੰਦਾ? ਬਿਲਕੁਲ। ਐਕਚੁਅਲੀ ਜਿਹੜੇ ਪੁਰਾਣੀ ਜਿਹੜੀ ਚੀਜ਼ ਮੈਂ ਸਿਰਫ ਤੁਹਾਨੂੰ ਦੱਸਾਂਗਾ ਕਿ ਜਿਹੜੀ ਉਹ ਮੈਂ ਜਿਹੜਾ ਮੇਰਾ ਸਮਾਜ ਦਾ ਕੰਮ ਚੱਲਦਾ ਰਿਹਾ ਨਾ, ਉਹਦੇ ਨਾਲ ਧੀਰੇ ਧੀਰੇ ਮੈਨੂੰ ਪੋਲੀਟੀਕਲ ਲੋਕਾਂ ਦਾ ਦੇਖਿਆ ਜੋ ਜਿਵੇਂ ਉਹ ਸਾਡਾ ਮਿਸਯੂਜ਼ ਕਰਦੇ ਨੇ। ਇੰਡੀਆ ਦੀ ਗੱਲ ਕਰ ਰਹੇ ਹਾਂ, ਉਹ ਕੀ ਇਹ ਤੁਹਾਨੂੰ ਹਰ ਤਰਫੋਂ ਮਿਸਯੂਜ਼ ਕਰਦੇ ਨੇ। ਮੈਂ ਉਹਨਾਂ ਕੋਲੋਂ ਬਚਦਾ ਹੋਇਆ, ਮੈਨੂੰ ਬੜੀ ਵਾਰੀ ਜਦ ਤੁਸੀਂ ਇੰਡੀਆ 'ਚ ਝੁੱਗੀ ਝੋਪੜੀ ਵਗੈਰਾ ਕਰਦੇ ਹੋ ਨਾ, ਤੇ ਪੋਲੀਟੀਕਲ ਪੀਪਲ ਦੇ ਵਾਂਟ ਟੂ ਯੂਜ਼ ਯੂ, ਤੇ ਮੈਂ ਉੱਥੇ ਦੇ ਯੂਥ ਨੂੰ, ਔਰ ਉੱਥੇ ਵੀ ਯੂਥ ਤੇ ਵੂਮਨ ਇੰਪਾਵਰਮੈਂਟ ਦਾ ਕੰਮ ਕਰਦਾ ਰਿਹਾ ਉੱਥੇ ਵੀ ਜੀ। ਮੈਂ ਉੱਥੇ ਲੋਕਾਂ ਨੂੰ ਸਮਝਾਉਂਦਾ ਰਿਹਾ ਕਿ ਸੁਣੋ, ਯੂਜ਼ ਨਾ ਹੋਣਾ, ਨੇਤਾओं ਕੋਲੋਂ ਯੂਜ਼ ਨਾ ਹੋਣਾ। ਉਹ ਬਚਦੇ ਮੈਂ ਇੱਥੇ ਆ ਗਿਆ ਜੀ। ਇੱਥੇ ਜਦ ਮੈਂ ਆਇਆ ਤੇ ਸਭ ਤੋਂ ਪਹਿਲੇ ਤੇ ਮੈਂ ਬੜਾ ਆਈ ਐਮ ਸੋ ਲੱਕੀ ਕਿ ਮੈਨੂੰ ਜਿਸ ਤਰ੍ਹਾਂ ਆਈ ਸਟਾਰਟਡ ਵਰਕਿੰਗ ਐਟ DHL, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਅਸੈਪਟ ਕੀਤਾ ਨਾ, ਅਨਬਿਲੀਵੇਬਲ। ਉਹਨਾਂ ਨੂੰ ਮੈਂ ਕਿਵੇਂ ਸਮਝ ਆ ਗਿਆ, ਮੈਨੂੰ ਨਹੀਂ ਸਮਝ ਆਈ, ਕਿਉਂਕਿ ਇਹ ਜਿਹੜੀ ਸਮਾਜ ਸੇਵਾ ਹੁੰਦੀ ਹੈ ਨਾ, ਇਹ ਇੱਕ ਪੈਸ਼ਨ ਹੁੰਦਾ ਹੈ। ਇਹ ਨਹੀਂ ਹੈਗਾ ਕਿ ਕੱਲ ਪਰਸੋਂ ਤੁਸੀਂ ਕਿਸੇ ਦੇ ਕਿਉਂ ਨਹੀਂ ਹੁੰਦਾ, ਹਾਂ ਮਨ ਦੇ ਵਿੱਚੋਂ ਖੁਦ ਨਿਕਲਦੀ ਹੈ ਵੀ ਆਹ ਚੀਜ਼ ਮੈਂ ਕਰਨਾ ਚਾਹਨਾ। ਜੀ ਬਿਲਕੁਲ ਸਹੀ ਗੱਲ। ਹਾਂ, ਤੇ ਉਹ ਦੂਸਰਾ ਇਹ ਹੁੰਦਾ ਕਿ ਉਹਦੇ 'ਚ ਕੀ ਹੈ ਕਿ ਮੈਂ ਦੇਖਿਆ ਇੱਥੇ ਆ ਕੇ ਵੀ ਕਿ ਲੋਕ ਥੋੜਾ ਜਿਹਾ ਕੋਈ ਕੰਮ ਕਰਨਗੇ ਤਾਂ ਤੁਹਾਨੂੰ ਦੇਖ ਨਜ਼ਰ ਆਏ, ਤੁਸੀਂ ਵੀਡੀਓ ਹੈਗੇ ਹੀ ਹੋ, ਤੁਸੀਂ ਦੇਖੋ ਕਿੰਨੀਆਂ ਫੋਟੋਆਂ ਖਿਚਵਾਈਆਂ ਆਪਣਾ ਨਾਲ। ਮੈਂ ਕਿਹਾ ਯਾਰ ਇਹਦੀ ਜ਼ਰੂਰਤ ਨਹੀਂ ਹੈ, ਤੇ ਸਮਾਜ ਦੀ ਸੇਵਾ ਜਿਸ ਲੈਵਲ ਤੇ ਤੁਸੀਂ ਕੰਮ ਕਰ ਸਕਦੇ ਹੋ ਕਰੋ। ਜਦ ਮੈਂ ਇੱਧਰ ਆਇਆ ਤੇ ਸ਼ੁਰੂ ਤੁਹਾਨੂੰ ਪਤਾ ਸਟਰਗਲ ਹੁੰਦੀ ਹੈ। ਬਿਲਕੁਲ। 4-5 ਸਾਲ ਮੈਂ 2 ਜੌਬਾਂ ਕਰਦਾ ਸੀ। ਤੇ ਮੈਂ 2 ਜੌਬਾਂ ਦੇ ਬਾਵਜੂਦ ਵੀ ਮੈਨੂੰ ਜਿੱਥੇ ਮੌਕਾ ਮਿਲਿਆ, ਕਿਉਂਕਿ ਉਹ DHL ਸੀ, ਉਹ ਆਇਲ ਸੈਂਡਸ ਨਾਲ ਡੀਲ ਕਰਦੇ ਸੀ ਜੀ। ਮੇਰੀ ਕੋਸ਼ਿਸ਼ ਹੁੰਦੀ ਸੀ ਕਿਸੇ ਨੂੰ ਜੌਬ ਮਿਲ ਜਾਏ, ਕਿਉਂਕਿ ਉਹ ਸਾਰੇ ਤੁਹਾਡੇ ਟਰੱਕ ਵਾਲੇ ਔਰ ਸਾਰੇ ਲੋਕ ਨਾਲ ਉਹਨਾਂ ਨਾਲ ਮੇਰੀ ਡੀਲਿੰਗ ਸੀ ਜੀ। ਮੈਂ ਇਹ ਹੁੰਦਾ ਸੀ ਯਾਰ ਉਹਨੂੰ ਜੌਬ ਚਾਹੀਦੀ ਉਹਨੂੰ, ਕਿਉਂਕਿ ਦਿਸ ਇਜ਼ ਵਾਟ ਆਈ ਐਮ। I am not trying to be what I am. This is what I am. ਮੈਂ ਇਹੋ ਹਾਂ ਜੀ। ਮੈਂ ਸਮਾਜ ਨਾਲ ਜੁੜਿਆ ਹੋਇਆ ਬੰਦਾ ਵਾਂ। ਮੈਂ ਇੱਥੇ ਆਇਆ, 2 ਜੌਬਾਂ ਕਰਦਾ ਰਿਹਾ, ਮੈਨੂੰ ਮੌਕਾ ਚਾਹੀਦਾ ਸੀ, ਬਟ ਮੈਂ ਸਮਾਜ ਵਿੱਚ ਉਹਨਾਂ ਕੰਮ ਨਹੀਂ ਕਰ ਸਕਿਆ ਜਿੰਨਾ ਮੈਂ ਚਾਹੁੰਦਾ ਸੀ ਜੀ। ਫਿਰ ਮੇਰੀ ਉਸ ਤੋਂ ਬਾਅਦ ਮੈਂ ਉਹ ਇੱਕ ਜੌਬ ਛੱਡੀ ਤੇ ਫਿਰ ਮੈਂ ਆ ਗਿਆ ਕੈਨੇਡਾ ਪੋਸਟ ਵਿੱਚ। ਕੈਨੇਡਾ ਪੋਸਟ ਵਿੱਚ ਮੈਨੂੰ ਮਿਲ ਗਈ ਨਾਈਟ ਸ਼ਿਫਟ। ਬਟ ਉੱਥੇ ਕੀ ਹੋਇਆ ਕਿ ਲੋਕਾਂ ਨੇ ਮੈਨੂੰ ਦੇਖਿਆ ਤੇ ਮੇਰੇ ਪਿੱਛੇ ਪੈ ਗਏ, ਕਹਿੰਦੇ ਯੂ ਸ਼ੁੱਡ ਜੁਆਇਨ ਦ ਯੂਨੀਅਨ, ਯੂ ਸ਼ੁੱਡ ਬੀ ਐਕਟਿਵ ਇਨ ਦ ਯੂਨੀਅਨ। ਮੈਂ ਜਿਵੇਂ ਯੂਨੀਅਨ ਵਿੱਚ ਐਕਟਿਵ ਹੋਇਆ, ਬੈਕਗ੍ਰਾਉਂਡ ਸੀ ਜੀ, ਦੇਖਿਆ ਸੀ ਸਮਾਜ, ਗ੍ਰਾਸ ਰੂਟ ਲੈਵਲ ਦੇ ਅਸੀਂ ਕਾਰਜਕਰਤਾ ਰਹੇ ਹਾਂ। ਯੂਨੀਅਨ ਵਾਲਿਆਂ ਨੇ ਮੈਨੂੰ ਪਹਿਲੇ ਤੇ ਸ਼ਾਪ ਸਟੂਡ ਬਣਾਇਆ। ਸ਼ਾਪ ਸਟੂਡ ਹੁੰਦਾ ਬੇਸਿਕਲੀ ਮੈਨੇਜਮੈਂਟ ਦਾ, ਜਾਂ ਜਿਹੜੇ ਵਰਕਰਸ ਹੁੰਦੇ ਨਾ ਸਾਡੇ, ਉਹਨਾਂ ਦੇ ਜਿਹੜੇ ਰਾਈਟਸ ਹੁੰਦੇ ਨਾ, ਉਹਨਾਂ ਵਾਸਤੇ ਅਸੀਂ ਲੜਨੇ ਆ। ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ ਹੈ, ਸਮਝ ਗਏ, ਉਹ ਉਹਦੇ ਵਾਸਤੇ ਅਸੀਂ ਕਰ ਰਹੇ ਹਾਂ। ਉਹਨਾਂ ਨੇ ਮੈਨੂੰ ਪਹਿਲੇ ਸ਼ਾਪ ਸਟੂਡ ਬਣਾਇਆ, ਦੈਨ ਆਈ ਬਿਕੇਮ ਅ ਚੀਫ ਸ਼ਾਪ ਸਟੂਡ। ਉਹਨਾਂ ਨੂੰ ਲੱਗਿਆ ਵੀ ਤੁਸੀਂ ਸਾਡੇ ਹੱਕਾਂ ਲਈ ਲੜ ਸਕਦੇ ਹੋ। ਉਹ ਹੈਰਾਨ ਹੋ ਗਏ ਕਿ ਇਹ ਬੰਦਾ ਕਿਸ ਤਰ੍ਹਾਂ ਕੰਮ ਕਰਦਾ ਹੈ, ਕਿਉਂਕਿ ਇੱਥੇ ਦਾ ਸਿਸਟਮ ਬੜਾ ਡਿਫਰੈਂਟ ਹੈ
ਕਿ ਅਗਰ ਹੁਣ ਬ੍ਰੇਕ ਟਾਈਮ ਹੈ ਤੇ ਅਗਰ ਕੋਈ ਬੰਦੇ ਨੂੰ ਜ਼ਰੂਰਤ ਹੈ ਤੇ ਉਹ ਕਹੇਗਾ ਯਾਰ ਸੌਰੀ ਆਈ ਐਮ ਹੈਵਿੰਗ ਮਾਈ ਫੂਡ। ਮੈਂ ਨਹੀਂ ਕਰਦਾ ਸੀ, ਮੈਨੂੰ ਆਦਤ ਪਈ ਸੀ ਇੰਡੀਆ ਦੀ, ਮੇਰਾ ਬ੍ਰੇਕ ਟਾਈਮ ਹੋਇਆ ਕੁਛ, ਮੈਂ ਇੱਥੇ ਵੀ ਕਮਿਊਨਿਟੀ, ਕਿਉਂਕਿ ਜਿੱਥੇ ਕਮਿਊਨਿਟੀ ਸਰਵਿਸ ਮੈਂ ਹਮੇਸ਼ਾ ਸਭ ਨੂੰ ਕਹਿੰਦਾ ਕਮਿਊਨਿਟੀ ਸਰਵਿਸ ਇਹ ਨਹੀਂ ਹੈ ਕਿ ਰਿਬਨ ਕੱਟੀ ਤੇ ਤੁਸੀਂ ਖੜੇ ਹੋ ਗਏ। ਕਮਿਊਨਿਟੀ ਸਰਵਿਸ ਕਿੱਥੇ ਤੁਸੀਂ ਸਮਾਜ ਦੀ ਸੇਵਾ ਕਰ ਸਕਦੇ ਹੋ। ਜੋ ਲਰੇ ਦੀਨ ਕੇ ਹੇਤ ਸੂਰਾ ਸੋਈ ਜੀ, ਸੋ ਉਹ ਤਾਂ ਉਹੀ ਹੈ ਜਿਹੜਾ ਬੰਦਾ ਕਿਸੇ ਦਾ ਕੰਮ ਕਰਦਾ ਹੈ। ਤੇ ਅਸੀਂ ਸ਼ੁਰੂ ਤੋਂ ਦੇਖਦੇ ਆਏ ਔਰ ਸਿੱਖਦੇ ਆਏ ਕਿ ਨਰ ਸੇਵਾ ਨਾਰਾਇਣ ਸੇਵਾ। ਉਹ ਲੋਕਾਂ ਨੇ ਮੈਨੂੰ ਦੇਖ ਲਿਆ, ਮੈਂ ਚੀਫ ਸ਼ਾਪ ਸਟੂਅਰਡ ਬਣ ਗਿਆ, ਮੈਨੂੰ ਮੌਕਾ ਮਿਲਿਆ। ਉਹਨਾਂ ਨੇ ਮੈਨੂੰ ਟੋਰਾਂਟੋ, ਸਾਡੀ ਇੱਕ ਕਨਵੈਨਸ਼ਨ ਹੁੰਦੀ ਹੈ ਜੀ ਜਿਹਦੇ ਵਿੱਚ ਆਲਮੋਸਟ 900 ਪੀਪਲ ਆਉਂਦੇ ਨੇ ਆਲ ਓਵਰ ਕੈਨੇਡਾ ਤੋਂ ਯੂਨੀਅਨ ਦੇ। ਓਕੇ, ਉੱਥੇ ਉਹਨਾਂ ਨੇ ਮੈਨੂੰ ਭੇਜਿਆ। ਓਕੇ, ਉੱਥੇ ਫਿਰ ਮੈਂ ਉੱਥੇ ਉਹਨਾਂ ਨੂੰ ਸਪੀਚ ਦੇ ਕੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਿਵੇਂ ਵੂਮਨ ਇੰਪਾਵਰਮੈਂਟ ਤੇ ਯੂਥ ਨੂੰ ਇਨਵੋਲਵ ਕਰਨ ਦਾ ਕੰਮ ਕਰ ਰਿਹਾ। ਤੋ ਦੇ ਲਾਈਕਡ ਅ ਲੋਟ। ਉਹਨਾਂ ਨੂੰ ਉਮੀਦ ਨਹੀਂ ਸੀ ਕਿ ਐਵੇਂ ਕੋਈ ਬੰਦਾ ਨਵਾਂ ਆਇਆ। ਬਸ ਉਹਦੇ ਨਾਲ ਕੀ ਹੋਇਆ ਜੀ ਕਿ ਧੀਰੇ ਧੀਰੇ ਮੇਰੀ ਇਹਦੀ ਜਰਨੀ ਸ਼ੁਰੂ ਹੋ ਗਈ। ਲੋਕ ਮੈਨੂੰ ਦੇਖਣ, ਮੈਨੂੰ ਨਹੀਂ ਪਤਾ ਲੱਗਾ ਕਿਉਂਕਿ ਮੇਰੇ ਵਾਸਤੇ ਤੇ ਮੈਂ ਹੁਣ ਵੀ, ਮੇਰਾ ਹੁਣ ਵੀ ਜਿਹੜਾ ਟ੍ਰੈਂਡ ਹੈ ਜੀ, ਮੈਂ ਸਵੇਰੇ ਉੱਠਣਾ, ਸਾਈਕਲ ਚੁੱਕਣਾ ਜੀ ਤੇ ਦੇਖਣਾ ਕੀ ਹੋ ਰਿਹਾ ਹੈ, ਕਿਤੇ ਕੀ ਪ੍ਰੋਬਲਮਸ ਚੱਲ ਰਹੀਆਂ ਔਰ ਮੈਂ ਆਗੇ ਫਿਰ ਸੋਚਣਾ ਕਿ ਕਿਵੇਂ ਉਹਨੂੰ ਸੋਲਵ ਕਰੀਏ। ਰਾਈਟ। ਇਹਦੇ ਨਾਲ ਇਸ ਚੀਜ਼ ਦੇ ਨਾਲ ਹੋਇਆ ਕਿ ਜੀ ਮੈਂ ਯੂਨੀਅਨ ਵਿੱਚ ਜੁੜ ਗਿਆ। ਓਕੇ, ਬੜੀ ਮੇਜਰ ਗੱਲ ਕੀ ਹੈ ਕਿ ਉੱਪਰ ਵਾਲੇ ਨੇ ਮੈਨੂੰ ਹਮੇਸ਼ਾ ਇਹੋ ਕੀਤਾ ਕਿ ਵੀ ਤੂੰ ਸੇਵਾ ਕਰ। ਜਿਸ ਜਗ੍ਹਾ ਤੇ ਹੁਣ ਮੈਂ ਕੰਮ ਕਰਨਾ, ਮੈਂ ਇੱਕ ਪਲਾਂਟ ਵਿੱਚ ਕੰਮ ਕਰਨਾ ਜਿਹੜਾ ਹੈਗਾ 149 ਸਟਰੀਟ ਤੇ ਜੀ, ਜਿੱਥੇ ਆਲਮੋਸਟ 700 ਲੋਕ ਕੰਮ ਕਰਦੇ ਨੇ। ਓਕੇ, 3 ਸ਼ਿਫਟਾਂ ਚੱਲਦੀਆਂ। ਜਿਹੜੇ ਮੁੱਦੇ ਅੱਜ ਕੱਲ੍ਹ ਲੋਕ ਗੱਲਾਂ ਕਰਦੇ ਨੇ ਇੱਥੇ ਕਿ ਬਈ ਜਿਵੇਂ ਰੇਸਿਜ਼ਮ ਦਾ ਮੁੱਦਾ ਹੈ, ਜਿਵੇਂ ਡਿਸਕ੍ਰਿਮੀਨੇਸ਼ਨ ਦਾ ਮੁੱਦਾ ਹੈ, ਜਿਹੜੇ ਇਹ ਸਾਰੇ ਮੁੱਦੇ ਨੇ ਉਹ ਸਾਡੇ ਰੋਜ਼ ਦਾ ਕੰਮ ਹੈ। ਐਵਰੀ ਅਦਰ ਡੇ ਵੀ ਸੀ ਐਂਡ ਵੀ ਸੀ। ਮੈਂ ਦੇਖਣਾ ਵਾ ਕਿ ਕਿਵੇਂ ਲੋਕ ਫੀਲ ਕਰਦੇ ਨੇ। ਇਹ ਕਹਿਣਾ ਬੜਾ ਆਸਾਨ ਹੈ, ਜਿਹੜਾ ਬੰਦਾ ਇਹਦੇ ਨਾਲ ਗੁਜ਼ਰ ਰਿਹਾ ਨਾ, ਉਹਦੀ ਜਿਹੜੀ ਫੀਲਿੰਗ ਹੈ ਉਹ ਮੈਂ ਹਰ 1-2 ਦਿਨ ਬਾਅਦ 3 ਦਿਨ ਬਾਅਦ ਅਸੀਂ ਇਹ ਫੀਲ ਕਰਨੇ ਆ। ਸੋ ਡਿਫਿਕਲਟ। ਰਾਈਟ। ਤਾਂ ਕੋਸ਼ਿਸ਼ ਇਹੀ ਹੋ ਰਹੀ ਕਿ ਜੋ ਕਰ ਸਕਦੇ ਹੋ ਉਹ ਕਰੀਏ। ਮੇਰੇ ਆਸ-ਪਾਸ ਦਾ ਜਿਹੜਾ ਮੇਰਾ ਏਰੀਆ ਹੈ ਜਿੱਥੇ ਮੈਂ ਹੋਗਾ, ਉੱਥੇ 1-2 ਵੱਡੇ ਇਸ਼ੂਜ਼ ਸੀ ਜੀ। ਇਨ ਸਪਾਈਟ ਆਫ ਨਾਈਟ ਸ਼ਿਫਟ ਮੈਂ ਉਹਨਾਂ ਨਾਲ ਮੈਂ ਦੇਖਿਆ, ਮੈਂ ਕਿਹਾ ਯਾਰ ਇੱਥੇ ਤੇ ਜਿਹੜਾ ਹਿਸਾਬ ਚੱਲ ਰਿਹਾ ਭਾਈ ਸਾਹਿਬ, ਐਵਰੀਬਡੀ ਇਜ਼ ਸੋ ਟਾਇਰਡ। ਸਾਰੇ ਬੰਦੇ ਨੇ ਤੇ ਥਕੇ ਹੋਏ ਆ ਸੀ। ਇੱਥੇ ਵੀ ਉਹ ਜੋ ਹਾਲ ਹੈ ਜੋ ਹਿੰਦੁਸਤਾਨ 'ਚ, ਇੱਥੇ ਵੀ ਬੜੀ ਲੋਕਾਂ ਨੂੰ ਪ੍ਰੋਬਲਮਸ ਨੇ, ਇੱਥੇ ਵੀ ਬੜੇ ਇਸ਼ੂਜ਼ ਨੇ। ਬਟ ਪ੍ਰੋਬਲਮ ਕੀ ਹੈ, ਅਸੀਂ ਲੋਕਾਂ ਨੂੰ ਦੇਖੋ ਜੀ ਮੌਰਟਗੇਜਾਂ ਦੇਣੀ ਹੈ, ਬਿੱਲ ਦੇਣੇ ਨੇ, ਸਾਰੇ ਦਿਨਾਂ 'ਚ ਇੰਨਾ ਥਕੇ ਹੋਏ ਆ ਕਿ ਅਸੀਂ ਕੁਝ ਕਰ ਨਹੀਂ ਸਕਦੇ, ਚਾਹੁੰਦੇ ਹੋਏ ਵੀ ਨਹੀਂ ਕੁਝ ਕਰ ਸਕਦੇ ਜੀ। ਤੇ ਉੱਪਰ ਵਾਲੇ ਨੇ ਇੱਕ ਮੈਨੂੰ ਮੌਕਾ ਦਿੱਤਾ ਕਿ ਸਾਡੀ ਬੈਕ ਸਾਈਡ ਤੇ ਇੱਕ ਇਸ਼ੂ ਹੋਇਆ ਸੀ ਬੜਾ ਵੱਡਾ ਜੀ, ਕਿ ਉਹ ਪਾਈਲਟਸ ਵਗੈਰਾ ਚੇਂਜ ਕਰ ਰਹੇ ਸੀ। ਉਹ ਮੇਰੇ ਦਿਮਾਗ ਵਿੱਚ ਆਇਆ, ਦੇਖਿਆ ਮੈਂ ਕਾਰਡ ਤੇ ਮੈਂ ਕਿਹਾ ਤੇ ਕੁਝ ਕੰਮ ਠੀਕ ਨਹੀਂ ਲੱਗ ਰਿਹਾ ਜੀ। ਉਹ ਨਾਈਟ ਸ਼ਿਫਟ ਸੀ ਭਾਜੀ ਜੀ, ਤੁਹਾਨੂੰ ਪਤਾ ਹੈ ਨਾਈਟ ਸ਼ਿਫਟ ਸਵੇਰੇ ਉੱਠੇ ਤੇ ਕਿਆ ਸਿਚੁਏਸ਼ਨ ਹੁੰਦੀ ਹੈ। ਮੈਂ ਪੜੋਸੀਆਂ ਕੋਲ ਗਿਆ, ਮੈਂ ਕਿਹਾ ਜੀ ਅੱਛਾ ਕੋਵਿਡ ਦਾ ਟਾਈਮ ਸੀ। ਓਕੇ, ਹੁਣ ਜਿਹਦੇ ਘਰ ਜਾਓ ਤੇ ਉਹ ਪਹਿਲੇ ਤੇ ਅੰਦਰ ਹੀ ਨਹੀਂ ਆਣ ਦਿੰਦੇ, ਉਹ ਅੰਦਰ ਹੀ ਗੱਲ ਕਰਦੇ ਸੀ। ਜਸਟ ਸੀ ਹਾਊ ਡਿਫਿਕਲਟ ਇਟ ਵਾਸ ਫॉर ਮੀ। ਮੇਰੇ ਵਾਸਤੇ ਕਿੰਨਾ ਮੁਸ਼ਕਿਲ ਹੋਣਾ ਉਸ ਸਮੇਂ ਜੀ। ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਜੀ ਇਹ ਇੰਜ ਹੋ ਰਿਹਾ ਤੇ ਮੈਂ ਸਿਟੀ ਫੋਨ ਕੀਤਾ। ਉਹ ਕਹਿੰਦੇ ਨੇ ਤੁਹਾਡੇ ਲੋਕ ਤੇ ਕੋਈ ਧਿਆਨ ਹੀ ਨਹੀਂ ਦਿੰਦਾ, ਤੁਸੀਂ ਕਦੀ ਫੋਨ ਨਹੀਂ ਕੀਤਾ ਕਿਸੇ ਨੇ ਕੋਈ ਈਮੇਲ ਨਹੀਂ ਕੀਤੀ। ਮੈਂ ਕਿਹਾ ਜੀ ਕੋਈ ਗੱਲ ਨਹੀਂ। ਫਿਰ ਉਹ ਉੱਪਰ ਵਾਲੇ ਦੀ ਮੇਰੀ ਕਿਰਪਾ, ਮੈਂ ਸਾਈਕਲ ਚੁੱਕੀ ਤੇ ਮੈਂ ਸਾਰਿਆਂ ਦੇ ਘਰ ਜਾ ਕੇ ਉਹਨਾਂ ਨੂੰ ਦੱਸਿਆ ਇਹ ਚੀਜ਼ ਹੈ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਅਗਰ ਚਾਹੁੰਦੇ ਹੋ ਸਭ ਤੋਂ ਪਹਿਲੇ ਕਿ ਇਕਜੁੱਟ ਹੋਵੋ, ਕਿਉਂਕਿ ਇੱਥੇ ਉਹ ਚੀਜ਼ ਦੀ ਪ੍ਰੋਬਲਮ ਹੈ। ਉਹ ਮੈਂ ਜਦ ਮੱਲੇ ਨੂੰ ਕਿਹਾ ਤੇ ਮੈਂ ਕਿਹਾ ਜੀ ਮੈਂ ਸ਼ਨੀਵਾਰ ਸਵੇਰੇ ਤੁਹਾਨੂੰ ਪਿੱਛੇ ਮਿਲਾਂਗਾ। ਮੈਨੂੰ ਉਮੀਦ ਨਹੀਂ ਸੀ, ਮੈਂ ਕਿਹਾ 5-7 ਬੰਦੇ ਆਣਗੇ। ਉਹ ਤੇ ਇੰਨੀ ਜਨਤਾ ਆ ਗਈ ਕਿ ਸਾਨੂੰ ਕੋਵਿਡ ਦੇ ਜਿਹੜੇ ਨੋਰਮ ਸੀ ਉਹਦੇ ਵਾਸਤੇ ਮੈਨੂੰ ਸਾਰੇ ਗਰੁੱਪ ਬਣਾਉਣੇ ਪੈ ਗਏ। ਓਕੇ, ਕਿਉਂਕਿ ਉਸ ਸਮੇਂ ਸੀ 10-12 ਬੰਦੇ ਤੋਂ ਜ਼ਿਆਦਾ ਤੁਸੀਂ ਇਕੱਠੇ ਨਹੀਂ ਹੋ ਸਕਦੇ। ਉੱਥੇ ਬੰਦਾ ਇਕੱਠਾ ਹੋ ਗਿਆ 40-50। ਤਾਂ ਫਿਰ ਅਸੀਂ ਡਿਫਰੈਂਟ ਗਰੁੱਪ ਬਣਾਏ ਗਰਾਊਂਡ ਦੇ ਵਿੱਚ। ਓਕੇ, ਉੱਥੋਂ ਦੀ ਹੋਇਆ ਕਿ ਜੀ ਉੱਥੋਂ ਦੀ ਨੰਬਰ 1 ਮੇਰੇ ਮੱਲੇ ਵਾਲਿਆਂ ਨੇ, ਮੇਰੇ ਪੜੋਸੀਆਂ ਨੇ, ਮੇਰੇ ਦੋਸਤਾਂ ਨੇ, ਮੇਰੇ ਯੂਨੀਅਨ ਦੇ ਲੋਕਾਂ ਨੇ, ਸਾਰਿਆਂ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਜਿਹੜਾ ਬੰਦਾ, ਬਜ਼ੁਰਗਾਂ ਨੇ, ਸਭ ਤੋਂ ਪਹਿਲੇ ਤਾਂ ਬਜ਼ੁਰਗਾਂ ਦਾ ਬੜਾ ਆਸ਼ੀਰਵਾਦ ਰਿਹਾ ਮੇਰੇ ਉੱਤੇ। ਔਰ ਮੈਂ ਸਾਰੇ ਆਪਣੇ ਭਰਾਵਾਂ ਨੂੰ ਇਹੋ ਕਹਾਂਗਾ ਜਿਨ੍ਹਾਂ ਦੇ ਮਾਪਿਓ ਬਜ਼ੁਰਗ ਹੈਗੇ ਨੇ, ਪਲੀਜ਼ ਟੇਕ ਕੇਅਰ ਆਫ ਦੈਮ। ਉਹਨਾਂ ਦਾ ਬਹੁਤ ਧਿਆਨ ਰੱਖੋ। ਉਹਨਾਂ ਨੂੰ ਸਿਰਫ ਤੁਹਾਡਾ ਟਾਈਮ ਚਾਹੀਦਾ ਹੈ, ਹੋਰ ਕੁਝ ਨਹੀਂ ਚਾਹੀਦਾ। ਸਾਡੇ ਵਾਸਤੇ ਮਾਪਿਓ ਨੇ ਬੜਾ ਕੁਝ ਕੀਤਾ ਹੈ ਔਰ ਇਹ ਟਾਈਮ ਸਾਡਾ ਆ ਗਿਆ। ਤੇ ਪਲੀਜ਼ ਮੈਂ ਸਾਰੇ ਭਰਾਵਾਂ ਨੂੰ ਕਹਾਂਗਾ, ਭੈਣਾਂ ਸਭ ਨੂੰ ਕਹਾਂਗਾ, ਉਹਨਾਂ ਦਾ ਧਿਆਨ ਰੱਖੋ। ਜੀ ਬਿਲਕੁਲ ਸਹੀ ਗੱਲ ਹੈ। ਤੇ ਬਸ ਉਹ ਜੀ ਬਜ਼ੁਰਗਾਂ ਦਾ ਵੀ ਮੈਨੂੰ ਆਸ਼ੀਰਵਾਦ ਰਿਹਾ। ਉਹਨਾਂ ਨੇ ਕਿਹਾ ਜੀ ਤੂੰ ਅੱਗੇ ਆ। ਮੈਂ ਕਿਹਾ ਜੀ ਮੈਂ ਅੱਗੇ ਕੀ ਜੌਬ ਕਰ ਰਿਹਾ, ਇਹਨਾਂ ਆਸਾਨ ਨਹੀਂ ਹੈ। ਸਾਰੇ ਮੇਰੇ ਨਾਲ ਮਿਲ ਗਏ। ਗੁਰੂ ਮਹਾਰਾਜ ਦੀ ਕਿਰਪਾ ਹੋਈ, ਬਾਂਕੇ ਬਿਹਾਰੀ ਦੀ ਕਿਰਪਾ ਹੋਈ, ਸਾਰੇ ਭਰਾਵਾਂ ਦੀ ਸਭ ਦੀ ਕਿਰਪਾ ਹੋਈ ਤੇ ਮੈਂ ਆ ਗਿਆ। ਕਿਵੇਂ ਆ ਗਿਆ ਮੈਨੂੰ ਪਤਾ ਨਹੀਂ।
ਕੀ ਕਰ ਰਿਹਾ ਮੈਨੂੰ ਪਤਾ ਨਹੀਂ, ਬਟ ਮੈਂ ਚੱਲਦਾ ਪਿਆ, ਦੁਨੀਆ ਮੇਰੇ ਨਾਲ ਜੁੜਦੀ ਤੁਸੀਂ ਕੁਛ ਨਾ ਕੁਛ ਚੇਂਜ ਕਰਨ ਦੀ ਕੋਸ਼ਿਸ਼ ਹੈ। ਕਾਉਂਸਲਰ ਇਹ ਸੀਗੀ, ਚਲੋ ਇੱਕ ਤੁਹਾਡੀ ਹਿਸਟਰੀ ਦੇ ਵਿੱਚ ਵੀ ਤੁਸੀਂ ਆਹ ਚੀਜ਼ ਇਸ ਕਰਕੇ ਇਸ ਵਿੱਚ ਆਏ, ਲੋਕਾਂ ਦੇ ਕਰਕੇ, ਜਾਂ ਤੁਸੀਂ ਜਿੱਦਾਂ ਵੀ ਆਪਣੀ ਮਿਹਨਤ ਕਰਕੇ, ਜਾਂ ਤੁਸੀਂ ਤੁਹਾਡੇ ਮਨ ਦੇ ਵਿੱਚ ਸੀਗਾ ਵੀ ਤੁਸੀਂ ਦੂਜਿਆਂ ਦੀ ਹੈਲਪ ਕਰੋ। ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਕਾਉਂਸਲਰ ਦੇ ਲਈ ਫਾਈਟ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਕਾਉਂਸਲਰ ਦੀ ਕੀ ਰਿਸਪੌਂਸਿਬਿਲਟੀਜ਼ ਨੇ, ਕੀ ਜੌਬ ਡਿਊਟੀਜ਼ ਨੇ ਜਿਹੜੀਆਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਜਾਂ ਇੱਕ ਕਾਉਂਸਲਰ ਨੂੰ ਕਰਨੀਆਂ ਚਾਹੀਦੀਆਂ ਨੇ, ਜਿਨ੍ਹਾਂ ਤੇ ਤੁਸੀਂ ਟਾਰਗੇਟ ਕਰ ਰਹੇ ਹੋ? ਪਹਿਲੇ ਤਾਂ ਮੈਂ ਭਾਜੀ ਤੁਹਾਨੂੰ ਦੱਸਾਂ ਕਿ ਮੈਂ ਕੋਈ ਫਾਈਟ ਨਹੀਂ ਕਰ ਰਿਹਾ। ਮੈਂ ਸਾਰਿਆਂ ਨੂੰ ਇਹ ਕਹਿਣਾ, ਮੇਰੀ ਕੋਈ ਕਿਸੇ ਨਾਲ ਫਾਈਟ ਨਹੀਂ ਹੈ। ਮੈਂ ਨਾ ਫਾਈਟ ਕਰ ਰਿਹਾ, ਨਾ ਮੈਂ ਕਿਸੇ ਰੇਸ ਵਿੱਚ ਹਾਂ, ਨਾ ਮੈਂ ਕਿਸੇ ਕੰਪੀਟੀਸ਼ਨ ਚ ਹਾਂ ਜੀ। ਮੇਰਾ ਇੱਕ ਹੈ ਸੁਭਾਅ ਹੈ, ਮੇਰਾ ਇੱਕ ਹੈ ਪੈਸ਼ਨ ਰਿਹਾ ਹੈ ਜੀ ਕਿ ਸਮਾਜ ਦਾ ਕੰਮ ਕਰਨਾ, ਨੇਰ ਸੇਵਾ ਨਾਰਾਇਣ ਸੇਵਾ ਦਾ ਜੀ। ਮੈਂ ਆ ਗਿਆ, ਜੇ ਮੈਂ ਲੋਕਾਂ ਨੂੰ ਸਮਝ ਆ ਗਿਆ, ਲੋਕਾਂ ਨੂੰ ਜੇ ਮੇਰੇ ਕੰਮ ਦਾ ਪਤਾ ਲੱਗ ਗਿਆ ਕਿ ਦਿਸ ਇਜ਼ ਵਾਟ ਆਈ ਵਾਸ, ਇਹ ਮੈਂ ਕਰਦਾ ਆਇਆ ਜੀ ਤੇ ਇਹ ਮੈਂ ਕਰਾਂਗਾ ਜੀ। ਜਿੱਥੇ ਤੱਕ ਤੁਸੀਂ ਕਾਉਂਸਲਰ ਦੀ ਗੱਲ ਕੀਤੀ ਹੈ, ਜਦ ਇੱਥੇ ਮੈਂ ਨਿਕਲਿਆ ਵਾਰਡ ਵਿੱਚ, ਧੀਰੇ ਧੀਰੇ ਮੈਨੂੰ ਲੋਕਾਂ ਦੇ ਬਾਰੇ ਪਤਾ ਲੱਗਾ ਜੀ। ਦੇਖੋ ਜੀ, ਮੈਂ ਕਿਸੇ ਦੀ ਕੋਈ ਨਿੰਦਾ ਨਹੀਂ ਕਰਨੀ ਜੀ, ਮੈਂ ਕਦੀ ਕਿਸੇ ਦੇ ਅਗੇਂਸਟ ਨਹੀਂ ਬੋਲਣਾ, ਕਿਉਂਕਿ ਹਰ ਬੰਦਾ ਇਹੋ ਕੋਸ਼ਿਸ਼ ਕਰਦਾ ਕਿ ਮੈਂ ਕੁਛ ਨਾ ਕੁਛ ਕਰਾਂ, ਆਪਣੇ ਵੱਲੋਂ ਠੀਕ ਕਰਦਾ। ਬਟ ਜਿਹੜਾ ਰਿਸਪੌਂਸ ਆਇਆ ਉਹ ਕਿ ਅਸੀਂ ਕਦੀ ਆਪਣੇ ਕਾਉਂਸਲਰ ਨੂੰ ਦੇਖਿਆ ਨਹੀਂ ਜੀ, ਲੋਕ ਕਹਿੰਦੇ ਨੇ ਸਾਨੂੰ ਪਤਾ ਨਹੀਂ। ਮੈਂ ਕਿ ਹਰ ਇੱਕ ਦੀ ਆਪਣੀ ਮਜਬੂਰੀ ਹੋਏਗੀ, ਹਰ ਬੰਦਾ ਆਪਣੇ ਹਿਸਾਬ ਨਾਲ ਬਿਜ਼ੀ ਹੋਏਗਾ ਜੀ। ਔਰ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਕਿ ਮੈਂ ਕੰਪੀਟੀਸ਼ਨ ਚ ਨਹੀਂ ਹੈਗਾ ਕਿਸੇ, ਯਾਰ ਮੈਂ ਕਿਸੇ ਉਹ ਨਹੀਂ ਹੈਗਾ। ਉਹਦਾ ਸਭ ਤੋਂ ਵੱਡਾ ਐਗਜ਼ਾਮਪਲ ਤੁਹਾਨੂੰ ਇਹ ਕਹਿ ਰਿਹਾ, ਜਦ ਮੈਂ ਸੋਚਿਆ, ਮੈਂ ਸਭ ਤੋਂ ਪਹਿਲੇ ਮੋਹ ਬੰਗਾ ਜੀ ਦੇ ਘਰ ਗਿਆ, ਮੈਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਇਆ ਜੀ। ਮੇਰਾ ਕੋਈ ਕੰਪੀਟੀਸ਼ਨ ਨਹੀਂ ਹੈ। ਮੈਂ ਉਹ ਕਿਹਾ ਭਾਜੀ ਤੁਹਾਡਾ ਮੇਰਾ ਕੋਈ ਕੰਪੀਟੀਸ਼ਨ, ਮੈਂ ਤਾਂ ਬਹੁਤ ਛੋਟਾ ਵਾਂ ਜੀ, ਤੁਸੀਂ ਬੜੀ ਸੇਵਾ ਕੀਤੀ ਹੈ, ਹੁਣ ਤੁਸੀਂ ਸਾਨੂੰ ਚਾਂਸ ਦਿਓ ਤੁਹਾਡੇ ਬੱਚਿਆਂ ਨੂੰ। ਤੇ ਉਹ ਕਹਿੰਦੇ ਨਹੀਂ ਮੈਂ ਵੀ ਆਣਾ ਚਾਹੁੰਦਾ। ਮੈਂ ਕਿਹਾ ਜੀ ਸਦਕੇ, ਤੇ ਸਾਰੇ ਸਮਾਜ ਦੀ ਸੇਵਾ ਕਰਨ ਆਏ ਹਾਂ ਅਸੀਂ ਜੀ। ਤੇ ਫਿਰ ਉਹ ਮੈਂ ਬਸ ਉਹ ਆਪਣਾ ਕਾਰਜਕ੍ਰਮ ਸ਼ੁਰੂ ਹੋ ਗਿਆ ਕਿ ਬਈ ਵਿਦਆਊਟ ਐਨੀ ਕੰਪੀਟੀਸ਼ਨ ਨਥਿੰਗ ਜੀ। ਕਾਉਂਸਲਰਸ ਦਾ ਜੀ 3-4 ਇੱਥੇ ਮੈਂ ਜਦ ਆਇਆ ਨਾ, ਕਿਉਂਕਿ ਕਈ ਲੋਕ ਨਵੇਂ ਆਏ ਨੇ, ਕਈ ਲੋਕ ਜਸਟ ਸਮਬਡੀ ਕੇਮ ਫॉर ਫੇਮ, ਕੋਈ ਨਾਮ ਵਾਸਤੇ, ਹਰ ਚੀਜ਼ ਆਪਣਾ, ਹਰ ਇੱਕ ਦਾ ਆਪਣਾ। ਬਿਲਕੁਲ। ਤੇ ਜਦ ਮੈਂ ਕਿਸੇ ਨਾਲ ਗੱਲ ਕੀਤੀ, ਉਹ ਕਹਿੰਦਾ ਜੀ ਤੁਸੀਂ ਕੀ ਚੇਂਜਸ ਲਿਆਓਗੇ। ਮੈਨੂੰ ਇੱਕ ਬੜਾ ਬੈਨੀਫਿਟ ਹੋ ਗਿਆ, ਕਿਉਂਕਿ ਜਦ ਲੋਕ ਗੱਲ ਕਰਦੇ ਨਾ, ਜਿਹੜੇ ਹੋਰ ਰਿਪੋਰਟਰਸ ਵਗੈਰਾ ਗੱਲ ਕਰਦੇ ਨੇ ਕਿ ਤੁਸੀਂ ਕੀ ਚੇਂਜ ਲਿਆਓਗੇ, ਕੀ ਡਿਵੈਲਪਮੈਂਟ ਹੋ ਜਾਏਗੀ, ਕੀ ਹੋ ਜਾਏਗਾ। ਤਾਂ ਮੈਨੂੰ ਇੱਕ ਫਾਇਦਾ ਕੀ ਹੋਇਆ, ਜਿਹੜਾ ਕੈਨੇਡਾ ਇੰਡੀਆ ਦਾ ਸਿਸਟਮ ਸਾਨੂੰ ਪਤਾ ਸੀ। ਕੈਨੇਡਾ ਪੋਸਟ ਵਿੱਚ ਜਦ ਅਸੀਂ ਯੂਨੀਅਨ 'ਚ ਕੰਮ ਕਰਨੇ ਆ, ਉਹਦਾ ਸਿਸਟਮ ਆਫ ਵਰਕਿੰਗ ਇਜ਼ ਸੇਮ ਐਜ਼ ਯੂਰ ਕਾਉਂਸਲ। ਤੁਸੀਂ ਕਿ ਆਰਗੇਨਾਈਜੇਸ਼ਨ ਦਾ ਕੰਮ ਕਰ ਰਹੇ ਹੋ ਜੀ, ਉਵੇਂ ਤੁਹਾਡੇ ਐਗਜ਼ੀਕਿਊਟਿਵਸ ਹੁੰਦੇ ਨੇ, ਉਵੇਂ ਤੁਹਾਡੀ GMMs ਹੁੰਦੀ ਹੈ, ਉਵੇਂ ਤੁਹਾਡਾ ਸਿਸਟਮ ਆਫ ਵਰਕਿੰਗ ਹੁੰਦਾ। ਸੇਮ ਜਿਹੜਾ ਹੈ ਉਹ ਕਾਉਂਸਲ ਦਾ ਹੋਇਆ ਰਾਈਟ। ਉਹ ਮੈਨੂੰ ਉਹਦੇ ਨਾਲ ਜਦ ਮੈਂ ਅਟੈਚ ਕੀਤਾ, ਮੈਂ ਕਿਹਾ ਨਾਓ ਮੈਨੂੰ ਪਤਾ ਹੈ, ਮੈਨੂੰ ਸਿਸਟਮ ਪਤਾ ਹੈ। ਕੈਨੇਡਾ ਦਾ ਇੱਕ ਬੜੀ ਵੱਡੀ ਡਿਸਐਡਵਾਂਟੇਜ ਕਹੋ ਜਾਂ ਕੁਛ ਹੋ, ਇਹਦਾ ਹਰ ਗਲਤ ਕੰਮ ਜਿਹੜਾ ਹੈ ਨਾ ਉਹ ਵੀ ਸਿਸਟਮੈਟਿਕ ਹੈ। ਹਰ ਜਿਹੜਾ ਉਹਨਾਂ ਨੇ ਗਲਤ ਕੰਮ ਕਰਨਾ ਹੈ, ਜੋ ਵੀ ਚੀਜ਼ਾਂ, ਕਿਉਂਕਿ ਗਲਤ ਕੰਮ ਤੇ ਹੋ ਰਹੇ ਨੇ, ਤੁਹਾਨੂੰ ਪਤਾ ਹੀ ਹੈ, ਜਿਸ ਹਿਸਾਬ ਨਾਲ ਡਾਲਰਸ ਦਾ ਮਿਸਯੂਜ਼ ਹੋ ਰਿਹਾ ਹੈ, ਪੈਸੇ ਦਾ ਮਿਸਯੂਜ਼ ਹੋ ਰਿਹਾ ਹੈ, ਕਿਤੇ ਨਾ ਕਿਤੇ ਕੁਛ ਨਾ ਕੁਛ ਗਲਤ ਕੰਮ ਹੋ ਰਿਹਾ। ਅਦਰਵਾਈਜ਼ ਜੋ ਹਾਲਾਤ ਚੱਲ ਰਹੇ ਨੇ ਨਾ, ਤੁਸੀਂ ਦੇਖ ਹੀ ਰਹੇ ਹੋ, ਉਹ ਵੀ ਬੜਾ ਸਿਸਟਮੈਟਿਕ ਢੰਗ ਨਾਲ ਹੋਇਆ ਹੈ। ਹੁਣ ਉਹ ਸਿਸਟਮੈਟਿਕ ਢੰਗ ਨੂੰ ਤੁਸੀਂ ਤੋੜਨਾ ਕਿਵੇਂ ਹੈ, ਦੈਟ ਇਜ਼ ਦਾ ਐਕਸਪੀਰੀਅੰਸ ਆਈ ਗॉट ਇਟ ਫਰਮ ਦ ਯੂਨੀਅਨ ਰਾਈਟ। ਇੱਕ ਬੜੀ ਮੇਜਰ ਥਿੰਗ ਤੁਹਾਨੂੰ ਮੈਂ ਦੱਸਾਂ, ਮੈਂ ਕਿਸੇ ਨੂੰ ਕਿਹਾ ਨਹੀਂ ਕਿ ਤੁਸੀਂ ਮੈਨੂੰ ਇੰਡੋਰਸ ਕਰੋ ਰਾਈਟ। ਮੈਂ ਕਿਸੇ ਦੀ ਇੰਡੋਰਸਮੈਂਟ ਨਹੀਂ ਲਿੱਤੀ। ਮੈਨੂੰ ਕਹਿੰਦੇ ਜੀ ਯੂਨੀਅਨ ਦੀ, ਮੈਂ ਕਿਹਾ ਜੀ ਨਾ, ਮੈਂ ਤੇ ਸਮਾਜ ਦਾ ਕੰਮ ਕਰ ਰਿਹਾ, ਜਨਤਾ ਦੀ ਇੰਡੋਰਸਮੈਂਟ ਚਾਹੀਦੀ ਹੈ। ਮੇਰੇ ਆਪਣੇ ਜਿਹੜੇ ਬਜ਼ੁਰਗ ਨੇ, ਵੱਡੇ ਨੇ, ਸਾਰੇ ਜਿਹੜੇ ਵੋਟ ਕਰ ਰਹੇ ਨੇ, ਉਹਨਾਂ ਨੂੰ ਮੈਨੂੰ ਉਹਨਾਂ ਦੀ ਇੰਡੋਰਸਮੈਂਟ ਚਾਹੀਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੁੰਡਾ ਕੁਝ ਕਰਨ ਜੋਗਾ ਹੈ, ਤੇ ਤੁਸੀਂ ਮੈਨੂੰ ਵੋਟ ਪਾਣਾ। ਨਹੀਂ ਤੇ ਕੋਈ ਗੱਲ ਨਹੀਂ, ਮੈਂ ਤਾਂ ਇਹ ਕੰਮ ਕਰਦਾ ਹੀ ਰਹਿਣਾ, ਮੇਰੇ ਵਾਸਤੇ ਇਹ ਨਹੀਂ ਹੈਗਾ। ਲਾਸਟ ਟਾਈਮ 32 ਬੰਦੇ ਸੀ, 32 ਜਾਂ 33 ਬੰਦੇ ਸੀ, ਆਈ ਐਮ ਨਾਟ ਸ਼ੋਰ। ਉਹ ਹੁਣ ਨਹੀਂ ਹੈਗੇ ਜੀ। ਕਿੰਨੇ ਲੋਕ ਸਮਾਜ ਜੁੜੇ ਹੋਏ ਨੇ, ਕਿੰਨੇ ਉਹ ਕਰ ਰਹੇ ਨੇ, ਬਿਕੋਜ਼ ਇਟ ਵਾਸ ਨਾਟ, ਉਹਨਾਂ ਦਾ ਪੈਸ਼ਨ ਨਹੀਂ ਸੀ ਨਾ ਜੀ। ਬਿਲਕੁਲ। ਉਹ ਕਿਉਂ ਆਏ ਸੀ ਸਾਨੂੰ ਪਤਾ ਨਹੀਂ ਜੀ। ਤੁਹਾਨੂੰ ਕਿੰਨਾ ਲੋਕਾਂ ਨੂੰ ਤੁਸੀਂ ਮਿਲਿਓ, ਮੇਰਾ ਇਹ ਪੈਸ਼ਨ ਹੈ ਜੀ। ਮੈਨੂੰ ਉਹੀ ਕਹਿੰਦੇ ਨਾ ਹਾਰਨਾ ਜਿੱਤਣਾ। ਤੇ ਮੈਂ ਨਾ ਅਟਲ ਜੀ ਦੇ ਬੜੇ ਕਲੋਜ਼, ਮੈਂ ਦੇਖਿਆ ਉਹਨਾਂ ਨੂੰ ਕਲੋਜ਼ਲੀ, ਅਟਲ ਬਿਹਾਰੀ ਵਾਜਪਾਈ ਹੁੰਦੇ ਸੀ ਨਾ, ਤੇ ਉਹਨਾਂ ਦਾ ਇੱਕ ਬੜਾ ਅੱਛਾ ਡਾਇਲੌਗ ਸੀ ਕਿ ਹਾਰ में क्या जीत में किंचित नहीं भयभीत में इस संघर्ष के पथ पे ये भी सही और वो भी सही। ਜਿੱਤ ਗਏ ਠੀਕ ਹੈ, ਕਿਉਂਕਿ ਮੈਂ ਕੋਈ ਜਿੱਤਣ ਨਹੀਂ, ਹਾਰਨ ਵਾਸਤੇ ਨਹੀਂ ਕਰ ਰਿਹਾ ਜੀ। ਮੈਨੂੰ ਮੌਕਾ ਮਿਲਿਆ, ਮੇਰੀ ਸ਼ਿਫਟ ਚੇਂਜ। ਤੁਸੀਂ ਆਏ ਹੋ, ਲੋਕਾਂ ਦੀ ਪਸੰਦ ਆਏਗੀ, ਤੁਹਾਨੂੰ ਲੋਕ ਲਾਈਕ ਕਰਨਗੇ, ਤੁਹਾਨੂੰ ਵੋਟ ਕਰਨਗੇ, ਤੁਹਾਨੂੰ ਲੋਕਾਂ ਦੀ, ਕਿਉਂਕਿ ਦੇਖੋ ਇਹਦੇ ਵਿੱਚ ਕੀ ਹੈਗੀ ਕਿ ਹਰ ਇੱਕ ਬੰਦੇ ਦੀ ਆਪਣੀ ਮਿਹਨਤ ਹੁੰਦੀ ਹੈ, ਹਰ ਇੱਕ ਬੰਦੇ ਦੀ ਆਪਣੀ ਐਫਰਟ ਹੁੰਦੀ ਹੈ, ਫਾਈਟ ਹੁੰਦੀ ਹੈ। ਲੇਕਿਨ ਕੀ ਹੈ, ਮੇਨ ਜਿਹੜੀ ਹੈਗੀ ਹੈ, ਆਪਾਂ ਵੋਟਿੰਗ ਦੀ ਗੱਲ ਕਰੀਏ, ਸਭ ਤੋਂ ਵੱਡਾ ਜਿਹੜਾ ਹੱਕਦਾਰ ਹੁੰਦਾ ਵੋਟਿੰਗ ਦੇ ਲਈ, ਜਿਹੜੀ ਇੱਕ ਸਿਲੈਕਸ਼ਨ ਹੁੰਦੀ ਹੈ, ਉਹ ਜਿਹੜਾ ਵੋਟਰ ਦੀ ਹੁੰਦੀ ਹੈਗੀ, ਉਹ ਸਿਲੈਕਟ ਕਰਦਾ ਵੀ ਹਾਂ ਮੈਂ ਕਿਹਨੂੰ ਵੋਟ ਪਾਣੀ ਹੈ। ਤੁਸੀਂ ਕਿਸੇ ਨੂੰ ਅੱਗੇ ਨਹੀਂ ਛੱਡ ਸਕਦੇ, ਕਿਸੇ ਨੂੰ ਪਿੱਛੇ ਨਹੀਂ ਛੱਡ ਸਕਦੇ। ਇੱਕ ਵੋਟਰ ਦਾ ਅਧਿਕਾਰ ਹੈਗਾ ਕਿ ਉਹ ਕਿਸ ਨੂੰ ਅੱਗੇ ਕਰਕੇ ਲੈ ਕੇ ਆ ਰਿਹਾ, ਕਿਸ ਨੂੰ ਉਹ ਕਾਉਂਸਲਰ ਬਣਾ ਰਿਹਾ, ਕਿਸ ਨੂੰ ਮੇਅਰ ਬਣਾ ਰਿਹਾ, ਜੋ ਵੀ ਕੋਈ ਪਦਵੀ ਦੇ। ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਔਰ ਮੈਂ ਸਭ ਨੂੰ ਇੱਕੋ ਹੀ ਹੱਥ ਜੋੜ ਕੇ ਕਹਿਣਾ, ਪਲੀਜ਼ ਰਿਲੀਜਨ ਦੇ ਬੇਸ ਤੇ ਜੀ, ਕਾਸਟ ਦੇ ਬੇਸ ਤੇ, ਕਿਸੇ ਵੀ ਚੀਜ਼ ਦੇ ਬੇਸ ਤੇ ਵੋਟ ਨਾ ਪਾਣਾ ਕਿ ਉਹ ਮੇਰਾ ਰਿਸ਼ਤੇਦਾਰ ਹੈ, ਉਹ ਮੇਰੇ ਮਹੱਲੇ 'ਚ ਨਹੀਂ ਕਰਨਾ। ਤੁਸੀਂ ਇਹ ਕਰੋ, ਸਿਰਫ ਤੁਸੀਂ ਇੰਨਾ ਹੀ ਬੜਾ ਵੱਡਾ ਕੰਮ ਕਰੋਗੇ, ਜਿਹੜਾ ਡਿਜ਼ਰਵਿੰਗ ਕੈਂਡੀਡੇਟ ਹੈ ਨਾ, ਤੁਸੀਂ ਉਹਨੂੰ ਵੋਟ ਪਾ ਦਿਓ।
ਔਰ ਇੱਕ ਤੇ ਮੈਂ ਸਭ ਨੂੰ ਇਹੋ ਕਹਿਣਾ, ਪਲੀਜ਼ ਵੋਟ, ਗੋ ਐਂਡ ਵੋਟ, ਐਂਡ ਪਲੀਜ਼ ਜਿਹੜਾ ਵੀ ਤੁਸੀਂ ਵੋਟ ਪਾ ਰਹੇ ਹੋ ਡਿਜ਼ਰਵਿੰਗ ਕੈਂਡੀਡੇਟ ਨੂੰ ਪਾਣਾ, ਕੰਮ ਆਪਣੇ ਆਪ ਅੱਛੇ ਹੋਣਗੇ ਜੀ। ਕੀ ਕੰਮਾਂ ਦੀ ਤੁਹਾਨੂੰ ਲੱਗਦਾ, ਮੈਂ ਫਿਰ ਉਸੇ ਮੁੱਦੇ ਤੇ ਆਣਾ ਵੀ ਕੀ ਕੰਮ ਤੁਸੀਂ ਕਹਿੰਦੇ ਹੋ ਵੀ ਹਾਂ ਇਹ ਕੰਮ ਹੋਣੇ ਚਾਹੀਦੇ ਨੇ ਉਹਨਾਂ ਵਾਰਡਸ ਦੇ ਵਿੱਚ, ਜਾਂ ਜਿਹੜੇ ਤੁਸੀਂ ਵਾਰਡ ਦੇ ਵਿੱਚ ਖੜੇ ਹੋ, ਇਹ ਕੰਮ ਦੀ ਜ਼ਰੂਰਤ ਹੈਗੀ ਹੈ, ਇਹ ਕੰਮ ਹੋਣੇ ਚਾਹੀਦੇ ਨੇ ਉੱਥੇ? ਮੈਂ ਤੁਸੀਂ ਬੜਾ ਅੱਛਾ ਪੁਆਇੰਟ ਲਿਆ ਹੈ ਜੀ। ਮੈਂ ਆਪਣੀ ਟੀਮ ਦੇ ਨਾਲ ਬੈਠੇ, 2-3 ਬੰਦੇ ਅਸੀਂ ਬੈਠੇ ਜਿਹੜੇ ਸੋਚਿਆ, ਮੈਂ ਇੱਕ 5 ਪੁਆਇੰਟ ਏਜੰਡਾ ਬਣਾਇਆ ਪਹਿਲੇ ਤੇ। ਓਕੇ। ਸਾਰੇ ਜਿਵੇਂ ਤੁਹਾਨੂੰ ਮੈਂ ਪਹਿਲੇ ਵੀ ਕਿਹਾ, ਹਰ ਬੰਦਾ ਕਹਿੰਦਾ ਮੈਂ ਬੜਾ ਕੁਝ ਕਰ ਦਾਂਗਾ, ਮੈਂ ਕਹਿੰਦਾ ਨਹੀਂ, ਦੇਖੀਏ, ਕਿਉਂਕਿ ਅਸੀਂ ਗ੍ਰਾਸ ਰੂਟ ਲੈਵਲ ਦੇ ਹਾਂ ਤੇ ਅਸੀਂ ਦੇਖੀਏ ਕਰਨਾ ਕੀ ਹੈ। ਮੈਂ 5 ਪੁਆਇੰਟ ਏਜੰਡਾ ਬਣਾਇਆ ਇੱਥੇ, ਮੈਂ ਅਗਰ ਤੁਸੀਂ ਬ੍ਰੋਸ਼ਰ ਦੇਖੋਗੇ ਮੇਰਾ, ਉਹਦੇ ਮੈਂ 5 ਪੁਆਇੰਟ ਏਜੰਡਾ ਬਣਾਇਆ, ਦਿਸ ਕਵਰਸ ਐਵਰੀਥਿੰਗ, ਰਾਈਟ। ਮਗਰ ਇਹ ਤੇ ਮੈਂ ਹੁਣ ਇਹਦੇ ਉੱਤੇ ਅਸੀਂ ਕੰਮ ਕਰ ਰਹੇ ਕਿ ਇਹਨੂੰ ਅਸੀਂ ਸੋਲਵ ਕੀ ਕਰਾਂਗੇ ਜੀ। ਅਸੀਂ ਕਿਉਂਕਿ ਦੇਖੋ ਪਹਿਲੇ ਤੇ ਅਸੀਂ 5 ਪੁਆਇੰਟ ਬਣਾਏ, ਉਹ ਅਸੀਂ ਜੌਬ ਵਾਲੇ ਬੰਦੇ ਆ, ਸਾਡੇ ਕੋਲ ਇੰਨਾ ਟਾਈਮ ਤੇ ਹੈ ਨਹੀਂ ਕਿ ਅਸੀਂ ਕੋਈ ਪ੍ਰੋਫੈਸ਼ਨਲ ਹਾਇਰ ਕਰੀਏ ਜਾਂ ਉਹ ਕਰੀਏ, ਸਾਰਾ ਕੁਝ ਅਸੀਂ ਖੁਦ ਹੀ ਕੀਤਾ। ਉਹ ਦੇਖਿਆ ਕਿ ਇੱਥੇ ਕੀ ਪ੍ਰੋਬਲਮ ਚੱਲ, ਜਿਵੇਂ ਸੇਫਟੀ ਐਂਡ ਸਿਕਿਉਰਿਟੀ ਹੈ ਤੁਹਾਡੀ, ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਹੈ ਤੁਹਾਡੇ ਇੱਥੇ, ਸਾਡੀ ਗਰੋਥ ਵਿਦ ਤੁਹਾਡੀ ਕਲਾਈਮੇਟ ਚੇਂਜ ਦੀ ਪ੍ਰੋਬਲਮ ਹੈ ਇੱਥੇ, मतलब छोटे स्मॉल बिजनेस हाउसेस ਦੀ ਪ੍ਰੋਬਲਮ ਹੈ ਇੱਥੇ ਜੀ। ਉਹ ਐਸੀ ਚੀਜ਼ਾਂ ਹੈ ਕਿ ਲੋਕ ਬੜੀ ਵੱਡੇ ਇਨਫਰਾਸਟ੍ਰਕਚਰਸ ਦੀ ਗੱਲਾਂ ਕਰ ਲੈਂਦੇ ਹਨ। ਤੁਸੀਂ ਇੰਟਰਵਿਊ ਲੋਗੇ, ਦੇ ਵਿਲ ਟਾਕ ਅਬਾਊਟ ਬਿਗ ਥਿੰਗਸ, ਮੈਂ ਕਰ ਦਾਂਗਾ, ਨਹੀਂ, ਮੈਂ ਗਰਾਊਂਡ ਲੈਵਲ ਦੇਖਣਾ ਯਾਰ, ਰਾਈਟ। 2 ਵਕਤ ਦੀ ਰੋਟੀ ਮਿਲ ਰਹੀ ਹੈ ਜੀ, ਬੰਦਾ ਜਿਹੜਾ ਹੈ ਉਹ ਅਗਰ ਸਾਰਾ ਮਹੀਨਾ ਕੰਮ ਕਰਦਾ ਹੈ ਤਾਂ ਉਹਨੂੰ ਇਹ ਟੈਨਸ਼ਨ ਹੋ ਰਹੀ ਹੈ ਮੈਂ ਬਿੱਲ ਪੇ ਕਰ ਰਹੇ ਨੇ, ਉਹਦਾ ਕਿਵੇਂ ਸੋਲਵ ਕਰੋਗੇ ਤੁਸੀਂ ਪ੍ਰੋਬਲਮ, ਰਾਈਟ। ਜਿਹੜਾ ਤੁਸੀਂ ਮੁੱਦਾ ਮੈਨੂੰ ਕਿਹਾ ਹੈ ਕਿ ਤੁਸੀਂ ਕੀ ਦੇਖਦੇ ਹੋ ਔਰ ਤੁਹਾਡੇ ਕੀ ਪੁਆਇੰਟਸ ਨੇ ਜੀ, ਬੜੀ ਮਜ਼ੇ ਦੀ ਗੱਲ ਤੁਹਾਨੂੰ ਦੱਸ ਰਿਹਾ। ਮੈਂ ਰਹਿਣਾ ਲਾਰਲ 'ਚ ਜੀ। ਮੈਂ ਤੁਸੀਂ ਪਤਾ ਨਹੀਂ ਕਿੰਨੇ ਲੋਕਾਂ ਦੀ ਇੰਟਰਵਿਊ ਉਹਨੇ ਲਿੱਤੀ ਹੋਣੀ, ਕਾਫੀ ਲਿੱਤੀ ਹੋਣੀ, ਉਹਨਾਂ ਨੇ ਬੜੀ ਗੱਲਾਂ ਕੀਤੀਆਂ ਹੋਣੀਆਂ ਸਭ ਜੀ। ਲਾਰਲ ਤੋਂ ਜਦ ਤੁਸੀਂ 34th ਸਟਰੀਟ ਤੇ ਤੁਹਾਡੇ ਇੱਥੇ ਆ ਰਹੇ ਨਾ, 34th ਸਟਰੀਟ ਜੀ, ਉਸ ਰੋਡ ਦਾ ਨਾਮ ਮੈਂ ਦਿੱਤਾ ਹੈ ਕੀ ਕਹਿੰਦੇ ਨੇ ਉਹਨੂੰ, ਐਬੋਰਸ਼ਨ ਰੋਡ। ਐਬੋਰਸ਼ਨ ਰੋਡ, ਅੱਛਾ, ਤੁਸੀਂ ਦਿੱਤਾ? ਮੈਂ ਉਹਦਾ ਨਾਮ ਦਿੱਤਾ ਐਬੋਰਸ਼ਨ ਰੋਡ ਕਿਉਂਕਿ ਕਿਸੇ ਨੇ ਉਹ ਰੋਡ ਨੂੰ ਦੇਖਿਆ ਹੀ ਨਹੀਂ। ਓਕੇ। ਹੁਣ ਮੈਂ ਤੁਹਾਨੂੰ ਵੀ ਰਿਕੁਐਸਟ ਕਰਾਂਗਾ ਕਿ ਤੁਸੀਂ ਜਦ ਮੌਕਾ ਤੁਹਾਨੂੰ ਮਿਲੇ ਜੀ, ਕਿ ਇਹ ਜਿਹੜੀ ਮੈਂ ਗੱਲ ਕਰ ਰਿਹਾ ਉਹਦਾ ਮਤਲਬ ਕੀ ਹੈ। ਆਈ ਨੋ, ਉਹ ਪੂਰੀ ਇਦਾਂ ਉਹਦਾ ਕੀ ਹੈ, ਰੋਟੀ ਖਾ ਕੇ ਤੁਸੀਂ ਉੱਥੇ ਹਜਮ ਕਰ ਸਕਦੇ ਹੋ ਆਪਣੀ ਰੋਟੀ ਪੂਰੀ। ਉਹਦਾ ਨਾਮ ਮੈਂ ਐਬੋਰਸ਼ਨ ਰੋਡ ਦਿੱਤਾ ਤਾਂ ਕਿ ਅਗਲੀ ਵਾਰੀ ਜਿਹੜਾ ਵੀ ਪ੍ਰੋਗਰਾਮ ਹੋਏਗਾ ਜਿੱਥੇ ਵੀ, ਤੇ ਮੈਂ ਉਹਨੂੰ ਦੱਸਾਂਗਾ ਜੀ ਭਾਈ ਸਾਹਿਬ, ਕਿਉਂਕਿ ਉਸ ਏਰੀਆ ਦੇ ਵਿੱਚ ਕੋਈ ਪੋਪੂਲੇਸ਼ਨ ਨਹੀਂ ਹੈ, ਬਟ ਪੀਪਲ ਡਰਾਈਵ ਫਰੋਮ ਦੈਟ ਏਰੀਆ, ਲੋਕੀ ਉਸ ਰੋਡ ਤੋਂ ਆਉਂਦੇ ਜਾਂਦੇ, ਰਾਈਟ। ਮੈਂ ਹੁਣ ਜਦ ਲੋਕਾਂ ਦੇ ਘਰ ਜਾਣਾ ਪਿਆ, ਮੈਨੂੰ ਉਮੀਦ ਨਹੀਂ ਸੀ, ਮੈਂ ਡੋਰ ਟੂ ਡੋਰ ਜਾ ਰਿਹਾ, ਡੋਰ ਨੌਕਿੰਗ ਸਾਡੀ ਚੱਲ ਰਹੀ ਹੈ ਜੀ, ਕਿਉਂਕਿ ਇਸ਼ੂਜ਼ ਤੇ ਇੱਕ ਨਾਰਮਲ ਇਸ਼ੂਜ਼ ਨੇ ਜਿਹੜੇ ਸਾਰੇ ਲੋਕ ਗੂਗਲ ਦੇਖਦੇ ਨੇ ਜੀ, ਔਰ ਉਹ ਪੜ੍ਹ ਕੇ, ਔਰ ਮੀਡੀਆ ਦੇ ਕਿਉਂਕਿ ਉਹਨਾਂ ਦਾ ਐਕਸੈਂਟ ਬੜਾ ਅੱਛਾ ਹੈ, ਉਹਨਾਂ ਦੇ ਸਮ ਆਫ them are born and brought up here ਜੀ। ਮੈਂ ਇੱਥੇ ਪੈਦਾ ਨਹੀਂ ਹੋਇਆ, ਮੈਨੂੰ ਤੇ 12 ਸਾਲ ਹੋਏ ਨੇ, ਮੈਂ ਕੋਈ ਇੱਥੇ ਪੜ੍ਹਾਈ ਨਹੀਂ ਕੀਤੀ ਜੀ, ਮੈਂ ਇੱਥੇ ਆਂਦੇ ਜੌਬ ਕਰ ਲਈ ਸੀ ਫੈਮਿਲੀ ਨਾਲ। ਜਦ ਤੁਸੀਂ ਜਾਓ ਤਾਂ ਤੁਹਾਨੂੰ ਪਹਿਲੇ ਉਹਦੀ ਜ਼ਰੂਰਤ ਹੁੰਦੀ ਹੈ ਜੀ। ਤੇ ਜਿਹੜੇ ਲੋਕਲ ਇਸ਼ੂਜ਼ ਨੇ, ਐਨੀ ਪ੍ਰੋਬਲਮਸ ਨੇ, ਅਗਰ ਇੱਕ ਬੱਸ ਸਟਾਪ ਹੈਗਾ ਤਾਂ ਬੱਸ ਸਟਾਪ ਦੇ ਉੱਤੇ ਸ਼ੇਡ ਨਹੀਂ ਹੈਗਾ। ਮੈਨੂੰ ਇੱਕ ਭਾਜੀ ਮੈਨੂੰ ਕਾਫੀ ਦੂਰ ਰਹਿੰਦੇ ਸੀ, ਮੈਨੂੰ ਕਹਿੰਦੇ ਮੇਰੇ ਨਾਲ ਚੱਲ, ਉਹਨਾਂ ਨੂੰ ਲੱਗਾ ਕਿ ਜਿਵੇਂ ਆਮ ਲੋਕ ਬੰਦੇ ਕਹਿੰਦੇ ਨੇ ਕਿ ਜੀ ਡੋਰ ਨੌਕਿੰਗ ਕਰ ਰਹੇ, ਜਲਦੀ ਕਰਨਾ। ਮੈਂ ਕਿਹਾ ਚਲੋ ਭਾਜੀ, ਮੈਨੂੰ ਆ ਕੇ ਕਹਿੰਦੇ ਨੇ ਕਾਕਾ ਗੱਲ ਸੁਣ। ਮੈਂ ਕਿਹਾ ਹਾਂ। ਮੈਨੂੰ ਉਹਨਾਂ ਨੇ ਸਿਰ ਤੇ ਹੱਥ ਰੱਖਿਆ, ਤੇਰੇ ਜਿਹਾ ਮੁੰਡਾ ਚਾਹੀਦਾ। ਮੈਂ ਕਿਹਾ ਭਾਜੀ ਮੈਂ ਤੇ ਹੁਣੇ ਆਇਆ, ਕਿਉਂਕਿ ਮੈਂ ਉਹਨਾਂ ਦੇ ਨਾਲ ਆਲ ਦਾ ਵੇ ਚੱਲਿਆ ਉਸ ਬੱਸ ਸਟਾਪ ਤੇ। ਮੈਂ ਦੇਖਿਆ ਕਹਿੰਦੇ ਇੱਥੇ ਰੋਜ਼ 100-150 ਬੰਦਾ ਜਾਂਦਾ ਹੈ, ਇੱਥੇ ਸ਼ੈੱਡ ਨਹੀਂ ਬਣਿਆ। ਅਸੀਂ ਲੋਕਾਂ ਨੂੰ ਕਿਹਾ ਹੈ, ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਮੈਂ ਕਿਹਾ ਭਾਜੀ ਮੇਰੀ ਤਾਂ ਕੋਸ਼ਿਸ਼ ਹੀ ਹੋਏਗੀ, ਕਿਉਂਕਿ ਮੈਂ ਹਮੇਸ਼ਾ ਸਭ ਨੂੰ ਇਹ ਕਹਿੰਦਾ ਮੈਂ ਕੋਸ਼ਿਸ਼ ਕਰਾਂਗਾ, ਰਾਈਟ। ਕਿਉਂਕਿ ਉਹੀ ਵਾਲੀ ਗੱਲ ਹੈ ਨਾ ਕਿ ਮੈਂ ਕੁਝ ਨਹੀਂ ਕਰ ਸਕਦਾ ਜੀ, ਕੋशिश करने हैं, बाकी करता है तो कन्हैया मेरा नाम हो रहा है, मेरा आपकी कृपा से सब काम है। मेरा कोशिश यही हो रही है कि मैं कोशिश अपने वालों 100% दिया जी। एक है इशू सी वन ऑफ द इशूज जी, स्नो रिमूवल। लोग कहते हैं की होया जी ਤੁਹਾਡੀ ਸਿਟੀ 12 ਸਾਲ ਤੁਹਾਨੂੰ ਭਾਜੀ ਮੈਨੂੰ ਨਹੀਂ ਪਤਾ ਕਿੰਨੇ ਸਾਲ ਹੋਏ ਨੇ ਜੀ, ਮੈਨੂੰ ਹਜੇ 2 ਸਾਲ ਹੋਏ। 2 ਸਾਲ ਹੋਏ, 10-12 ਸਾਲ ਸਿਟੀ ਬੜੀ ਐਕਸਪੈਂਡ ਹੋਈ ਹੈ, ਰਾਈਟ। ਟੈਕਸਸ ਘਟੇ ਨਹੀਂ ਵਧੇ ਨੇ ਜੀ। ਸਨੋ ਰਿਮੂਵਲ ਪਹਿਲੇ ਜਦ ਅਸੀਂ ਨਵੇਂ ਆਏ ਸੀ ਤਾਂ ਪਤਾ ਲੱਗਦਾ ਸੀ, ਨਵੇਂ ਆਏ ਸੀ ਤੇ ਹੁੰਦਾ ਯਾਰ ਸਭ ਕੁਝ ਠੀਕ ਹੈ ਇੱਥੇ, ਫਟਾਫਟ ਸਨੋ ਵੀ ਚੁੱਕੀ ਗਈ। ਦੇਖੋ ਜੀ ਇਹ ਕੰਟਰੀ ਕਿੰਨੀ ਵਧੀਆ ਹੈ ਜੀ। ਧੀਰੇ ਧੀਰੇ ਹੋ ਗਿਆ ਕਿ ਹੁਣ ਮੇਨ ਰੋਡਸ ਤੇ ਰਹਿ ਗਈ, ਰਾਈਟ। ਤੁਹਾਡਾ ਬਜਟ ਹੈ ਬਈ ਜੀ, ਸਾਡਾ ਬਜਟ ਦਿੱਤਾ ਹੈ, ਸਾਡੀ ਡਿਊਟੀ ਹੈ ਹਰ ਬੰਦਾ ਜਿਹੜਾ ਮੈਨੂੰ ਟੈਕਸ ਦੇ ਰਿਹਾ ਹੈ ਉਹਨੂੰ ਅਸੀਂ ਪੂਰੀ ਫੈਸਿਲਿਟੀਜ਼ ਦੇਣੀ ਹੈ, ਰਾਈਟ। ਨਹੀਂ ਹੋ ਰਹੀ, ਕੋਈ ਪ੍ਰੋਬਲਮ ਆ ਰਹੀ ਹੈ, ਕੁਝ ਹੋ ਰਹੀ ਹੈ, ਇਟ ਸ਼ੁੱਡ ਬੀ ਟ੍ਰਾਂਸਪੇਰੈਂਟ। ਜਿਹੜਾ ਟੈਕਸ ਮਨੀ ਜਾ ਰਿਹਾ ਉਹ ਤਾਂ ਟ੍ਰਾਂਸਪੇਰੈਂਸੀ ਆਣੀ ਚਾਹੀਦੀ ਹੈ ਜੀ। ਮੈਂ ਅਗਰ ਤੁਸੀਂ ਮੇਰੇ ਦੇਖੋਗੇ ਬੋਰਡ ਸੀ, ਸਭ ਤੋਂ ਪਹਿਲੇ ਮੈਂ 2 ਚੀਜ਼ਾਂ ਲਿਖੀਆਂ ਹੋਈਆਂ ਉਹਦੇ 'ਚ। ਪਹਿਲਾਂ ਲਿਖਿਆ ਨੋ ਓਵਰ ਪ੍ਰੋਮਿਸਿਸ ਜੀ, ਮੈਂ ਕੋਈ ਤੁਹਾਨੂੰ ਝੂਠੇ ਵਾਅਦੇ ਨਹੀਂ ਕਿਸੇ ਨੂੰ ਕਰਨੇ ਜੀ। ਮੈਂ ਕੋਸ਼ਿਸ਼ ਕਰਦਾ ਰਹਾਂਗਾ, देखना मेरी कोशिश कितनी सफल होंगी जी। दूसरा मैं प्रॉमिस देता है आई विल बी वोकल फॉर माई लोकल, राइट। जड़ा मेरा कॉन्स्टिट्यूएंसी है मैं ਉਹਦੀ ਆਵਾਜ਼ ਹਾਂ,
ਤੁਸੀਂ ਲੋਕ ਮੈਨੂੰ ਫੀਡਬੈਕ ਮਿਲੇਗੀ, ਮੈਂ ਆਵਾਜ਼ ਦੇਵਾਂਗਾ। ਰਾਈਟ। ਤੁਹਾਡੀ ਆਵਾਜ਼ ਕਾਉਂਸਲ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਜੀ। हाँ, गलत काम होएगा तो मैं खड़ा हो जाऊंगा, और मैं कोई भी काम कल्ला नहीं कर रहा, मेरी पूरी कम्युनिटी मिल के मेरा। तभी मैं एक और चीज़ रखी है सब लोग, इट्स नॉट मी, इट्स नॉट आई, इट्स अस, असी सारे, सारा परिवार, सारे लोग मेरी जी कॉन्स्टिट्यूएंसी ने मिल के मेरे नाल खड़े होंगे, अगे का काम मेरा। ਜੀ ਬਿਲਕੁਲ, ਬਹੁਤ ਇੱਕ ਵਧੀਆ ਸੋਚ ਲੈ ਕੇ ਸੰਜੇ ਮਲਹੋਤਰਾ ਜੀ ਜਿਹੜੇ ਕਿ ਚੱਲ ਰਹੇ ਨੇ। ਬਾਕੀ ਦੋਸਤੋ ਸਾਰੇ ਇੱਕ ਵੋਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਨੇ ਆਪਣਾ ਜਿਹੜਾ ਕੈਂਡੀਡੇਟ ਕਿੱਦਾਂ ਸਿਲੈਕਟ ਕਰਨਾ। ਸਾਡੇ ਨਾਲ ਪ੍ਰੋਗਰਾਮਾਂ ਦੇ ਰਾਹੀਂ ਤੁਹਾਨੂੰ ਹਮੇਸ਼ਾ ਇਹੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਅਸੀਂ ਕਿਸੇ ਨੂੰ ਸਹੀ ਜਾਂ ਗਲਤ ਠਹਿਰਾਉਣ ਦੇ ਲਈ ਨਹੀਂ ਬੈਠੇ ਇੱਥੇ। ਸਾਡੇ ਜਿਹੜੇ ਗੈਸਟ ਆਉਂਦੇ ਨੇ ਇੱਥੇ ਉਹ ਆਪਣਾ ਓਪੀਨੀਅਨ ਤੁਹਾਡੇ ਤੱਕ ਸ਼ੇਅਰ ਕਰਦੇ ਨੇ। ਸਾਡੇ ਵੱਲੋਂ ਜਿਹੜੇ ਪੁੱਛੇ ਗਏ ਸਵਾਲ ਹੁੰਦੇ ਨੇ, ਸਾਡੀ ਆਡੀਅנס, ਸਾਡੇ ਵਿਊਅਰਸ ਵੱਲੋਂ ਮੇਰੇ ਆਪਣੇ ਗਏ ਪੁੱਛੇ ਗਏ ਇੱਕ ਸਵਾਲ ਹੁੰਦੇ ਨੇ। ਅਸੀਂ ਇਹਨਾਂ ਸਵਾਲਾਂ ਦੇ ਹਿਸਾਬ ਨਾਲ ਹੀ ਇਹਨਾਂ ਨੂੰ ਸਵਾਲ ਪੁੱਛਦੇ ਆ, ਆਪਣੇ ਐਕਸਪੀਰੀਅੰਸ ਦੇ ਰਾਹੀਂ ਤੁਹਾਨੂੰ ਜਵਾਬ ਦਿੰਦੇ ਨੇ। ਦੋਸਤੋ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਰੈਗੂਲਰ ਬਣ ਸਕਦੇ ਹੋ। ਅਗਰ ਤੁਸੀਂ ਸਰ ਲਾਸਟ ਦੇ ਵਿੱਚ ਸੰਜੇ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਤੁਸੀਂ ਸੰਜੇ ਜੀ ਦੇ ਬਾਰੇ ਦੱਸ ਦੇਣਾ ਚਾਹੁੰਦਾ ਕਿ ਮੈਂ ਇਹ ਵਾਰਡ ਨੰਬਰ 12 ਸਪੋਮਿਤਾਪੀ ਜਿਹੜਾ ਹੈਗਾ ਵਾਰਡ ਤੋਂ ਖੜ ਰਹੇ ਨੇ ਕਾਉਂਸਲਰ ਦੀ ਸੀਟ ਦੇ ਲਈ ਜਿਹੜਾ ਹੈਗਾ, ਉਹਦੇ ਲਈ ਅਗਰ ਤੁਸੀਂ ਇਹਨਾਂ ਦੇ ਬਾਰੇ 'ਚ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਇਹਨਾਂ ਨੂੰ ਤੁਸੀਂ ਸਰਚ ਕਰਕੇ, ਹੈ ਨਾ, ਇਹਨਾਂ ਦੀ ਡਿਟੇਲ ਚੱਲ ਰਹੀਆਂ ਨੇ ਉੱਥੇ ਸਰਚ ਕਰਕੇ ਤੁਸੀਂ ਇਹਨਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਕੁਝ ਮੈਸੇਜ ਦੇਣਾ ਚਾਹੁੰਦੇ ਹੋ ਸੰਜੇ ਜੀ ਲਾਸਟ ਦੇ ਵਿੱਚ? ਪਹਿਲੇ ਤਾਂ ਮੇਰਾ ਜਿਹੜਾ ਬ੍ਰੋਸ਼ਰਸ ਨੇ ਉਹਦੇ ਉੱਤੇ ਮੇਰਾ ਫੋਨ ਨੰਬਰ ਹੈ ਜੀ, ਮੇਰੀ ਈਮੇਲ ਹੈ, ਮੇਰੀ ਵੈਬਸਾਈਟ ਹੈਗੀ ਹੈ, ਤੁਸੀਂ ਸਾਰੇ ਮੈਨੂੰ ਉੱਥੇ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ। ਮੇਰੇ ਨਾਲ ਕੋਈ ਗੱਲ ਹੋਵੇ, ਤੁਹਾਨੂੰ ਲੱਗੇ ਕਿ ਵੀ ਇਹ ਬੰਦਾ ਜਿਹੜੀ ਗੱਲ ਕਰ ਰਿਹਾ ਹੈ ਅਸੀਂ ਉਹਨੂੰ ਬੈਠ ਕੇ ਸੁਣਨਾ ਚਾਹੁੰਦੇ ਹਾਂ, ਤੁਸੀਂ ਮੈਨੂੰ ਫੋਨ ਕਰੋ, ਮੈਂ ਤੁਹਾਡੇ ਕੋਲ ਆ ਜਾਵਾਂਗਾ। ਰਾਈਟ। ਦੂਸਰਾ ਸਿਰਫ ਮੈਂ ਇਹੋ ਕਹਿਣਾ ਚਾਹੁੰਦਾ, ਸਭ ਤੋਂ ਪਹਿਲੇ ਤਾਂ ਜਿਹੜੇ ਮੇਰੇ ਭਰਾ ਮੇਰੇ ਤੋਂ ਯੰਗ ਨੇ, ਜਿਹੜੇ ਮੇਰੀ ਉਮਰ ਦੇ ਨੇ, ਕਿ ਪਲੀਜ਼ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੋ, ਉਹਨਾਂ ਨਾਲ ਬੈਠੋ, ਉਹਨਾਂ ਨਾਲ ਟਾਈਮ ਸਪੈਂਡ ਕਰੋ। ਦੂਸਰਾ ਮੈਂ ਇਹ ਕਹਿੰਦਾ, ਮੈਂ ਕਿਸੇ ਕੰਪੀਟੀਸ਼ਨ 'ਚ ਨਹੀਂ ਹਾਂ, ਮੈਂ ਕਿਸੇ ਰੇਸ ਵਿੱਚ ਨਹੀਂ ਹਾਂ। ਇਹ ਮੇਰਾ ਇੱਕ ਪੈਸ਼ਨ ਹੈਗਾ, ਸਮਾਜ ਸੇਵਾ ਜਿਹੜਾ ਇੱਕ ਮੈਂ ਸ਼ੁਰੂ ਤੋਂ ਕਰਦਾ ਆਇਆ, ਮੈਨੂੰ ਹੁਣ ਮੌਕਾ ਮਿਲਿਆ, ਤੁਸੀਂ ਸਾਰੇ ਮੈਨੂੰ ਮੌਕਾ ਦਿਓ। ਫਸਟ ਟਾਈਮ ਮੈਂ ਵੋਟ ਮੰਗ ਰਿਹਾ, ਦੂਜੀ ਵਾਰੀ ਮੇਰਾ ਕੰਮ ਵੋਟ ਮੰਗੇਗਾ। ਬਹੁਤ ਧੰਨਵਾਦ ਜੀ ਤੁਹਾਡਾ। ਜੈ ਸ਼੍ਰੀ ਕ੍ਰਿਸ਼ਨਾ, ਸਤਿ ਸ਼੍ਰੀ ਅਕਾਲ ਤੇ ਸਲਾਮ ਸਭ ਨੂੰ। ਬਹੁਤ ਵਧੀਆ ਸੰਜੇ ਜੀ। ਦੋਸਤੋ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਰੈਗੂਲਰ ਬਣ ਕੇ ਜਿਹੜੀ ਹੈਗੀ ਹੈ ਸਾਡੇ ਹੋਰ ਵੀ ਮੁੱਦੇ ਜਿਹੜੇ ਹੁੰਦੇ ਨੇ ਜਾਂ ਸਾਡੇ ਹੋਰ ਵੀ ਮਨੋਰੰਜਨ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਰਾਹੀਂ ਜਾਣਕਾਰੀ ਲੈ ਸਕਦੇ ਹੋ। ਹਨੀ ਵਾਲੀਆ ਸ਼ੋਅਸ ਨੂੰ ਫੇਸਬੁੱਕ ਪੇਜ ਤੇ ਲਾਈਕ ਕਰ ਲਓ ਤਾਂ ਕਿ ਸਾਡੇ ਜਿਹੜੇ ਹੋਰ ਵੀ ਪ੍ਰੋਗਰਾਮ ਨੇ ਜਾਂ ਸਾਡੇ ਨਾਲ ਜਿਹੜੇ ਐਕਸਪਰਟ ਆਉਂਦੇ ਨੇ, ਅਸੀਂ ਇੱਕ ਦਫਾ ਫਿਰ ਸੰਜੇ ਜੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਨਾਲ ਕੁਝ ਹੋਰ ਤੁਹਾਡੇ ਸਵਾਲ ਹੈਗੇ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਸਾਡੀ ਇਹਨਾਂ ਸੀਰੀਜ਼ ਦੇ ਰਾਹੀਂ ਤੁਸੀਂ ਰੈਗੂਲਰ ਜੁੜ ਸਕਦੇ ਹੋ ਸਾਡੇ ਹੋਰ ਪ੍ਰੋਗਰਾਮ ਦੇਖਣ ਦੇ ਲਈ। ਦੋਸਤੋ ਇਹਨਾਂ ਨੂੰ ਪ੍ਰੋਗਰਾਮ ਨੂੰ ਜਦੋਂ ਸ਼ੇਅਰ ਜਿਹੜੇ ਤੁਸੀਂ ਦੇਖ ਰਹੇ ਹੋ ਸਾਡੇ ਵੀਅਰਸ, ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੇ ਹੋਰ ਵੀ ਵੀਅਰਸ ਤੱਕ ਪਹੁੰਚ ਸਕੇ। ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।